ਗੁਰੂ ਨਾਨਕ ਦੇਵ ਮਹਾਰਾਜ ਇਸ ਅਸਥਾਨ ਦੇ ਉੱਪਰ 17 ਦਿਨ ਦਾ ਸਮਾਂ ਬਿਤਾ ਕੇ ਗਏ ਸਨ। ਜਿਹੜੇ ਚੁਬਾਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਸ ਪਰਿਵਾਰ ਨੇ ਆਸਣ ਲਾ ਕੇ ਬਿਠਾਇਆ ਸੀ। ਇਹ ਯਾਦਾਂ ਉਸ ਸਮੇਂ ਦੀਆਂ ਨੇ। ਇਹ ਚੁਗਾਠਾਂ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਇਹ ਸਾਂਭ ਕੇ ਰੱਖੀਆਂ ਸੀ। ਦੂਰੋਂ ਦੂਰੋਂ ਲੋਕ ਜਦੋਂ ਆਉਂਦੇ ਨੇ ਪੂਰੇ ਮਤਲਬ ਕੁਝ ਕੁ ਮਿੰਟ ਜਾਂ ਕੁਝ ਕੁ ਸੈਕਿੰਡ ਜਦੋਂ ਉਹ ਆਪਣੇ ਦਰਸ਼ਨ ਕਰਦੇ ਨੇ ਖੜਾਵਾਂ ਦੇ, ਬਹੁਤ ਭਾਵੁਕ ਹੋ ਜਾਂਦੇ ਨੇ। ਮੈਂ ਤਾਂ ਆਪਣੇ ਆਪ ਨੂੰ ਬਹੁਤ ਕਰਮ ਵਾਲਾ ਮਹਿਸੂਸ ਕਰਦਾ ਕਿ ਮੈਂ ਇਸ ਘਰ 'ਚ ਜਨਮਿਆ ਜਿੱਥੇ ਗੁਰੂ ਨਾਨਕ ਦੇਵ ਜੀ ਆਏ। ਇੱਥੋਂ ਅੱਜ ਵੀ ਜਦੋਂ ਇਹ ਖੁਦਾਈ ਕੀਤੀ ਜਦੋਂ ਅਸੀਂ ਇਹ ਖੁਦਾਈ ਕੀਤੀ ਹੈ ਤਾਂ ਇਹਦੇ ਵਿੱਚੋਂ ਇੱਟਾਂ ਬਹੁਤ ਨਿਕਲੀਆਂ ਨੇ। ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਸੀ। ਕਿਸੇ ਸਮੇਂ ਲਾਈਨਾਂ 'ਚ ਲੱਗ ਕੇ ਸਮਾਨ ਵਿਕਦਾ ਹੁੰਦਾ ਸੀ। ਪਿੰਡ 'ਚ ਕਿੰਨੀਆਂ ਮਸਜਿਦਾਂ ਹੁੰਦੀਆਂ ਸੀ? ਮੈਂ ਆਪਣੀਆਂ ਅੱਖਾਂ ਦੇ ਨਾਲ 10-12 ਮਸਜਿਦਾਂ ਦੇਖੀਆਂ ਨੇ ਜੀ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਵਿਰਾਸਤ ਲੈ ਕੇ ਅੱਜ ਮੁੜ ਤੋਂ ਹਾਜ਼ਰ ਹਾਂ। ਅੱਜ ਦੀ ਇਹ ਕਿਸ਼ਤ ਬਹੁਤ ਖਾਸ ਹੋਣ ਵਾਲੀ ਹੈ। ਅੱਜ ਦੀ ਇਸ ਕਿਸ਼ਤ ਤੇ ਆਪਾਂ ਇੱਕ ਇਤਿਹਾਸਿਕ ਅਸਥਾਨ ਦੇ ਉੱਪਰ ਆਏ ਹਾਂ ਜੋ ਕਿ ਨਾਭਾ ਤੋਂ ਕੁਝ ਕਿਲੋਮੀਟਰ ਤੈਅ ਕਰਕੇ ਪਿੰਡ ਸ਼ੀਟਾਂ ਵਾਲਾ ਆਉਂਦਾ ਹੈ। ਇਸ ਪਿੰਡ ਸ਼ੀਟਾਂ ਵਾਲਾ ਦਾ ਪਹਿਲਾ ਨਾਮ ਮਨਸੂਰਪੁਰ ਸੀ ਔਰ ਇਸ ਦਾ ਇਤਿਹਾਸ ਵੀ ਤੁਹਾਨੂੰ ਅੱਜ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਗਿਆਨੀ ਸਾਹਿਬ ਜੀ ਹੁਣਾਂ ਕੋਲੋਂ ਜਾਣੂ ਕਰਵਾਵਾਂਗੇ। ਇਹ ਉਹ ਪਵਿੱਤਰ ਅਸਥਾਨ ਹੈ ਜਿਸ ਜਗ੍ਹਾ ਤੇ ਸਭ ਦੇ ਗੁਰੂ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਅਸਥਾਨ ਦੇ ਉੱਪਰ 17 ਦਿਨ ਦਾ ਸਮਾਂ ਬਿਤਾ ਕੇ ਗਏ ਸਨ। ਕਿਸ ਕਰਕੇ ਗੁਰੂ ਮਹਾਰਾਜ ਇਸ ਅਸਥਾਨ ਦੇ ਉੱਪਰ ਆਏ ਸਨ, ਕੀ ਇਤਿਹਾਸ ਇਸ ਦੇ ਨਾਲ ਜੁੜਿਆ ਹੈ ਔਰ ਉਸ ਵਕਤ ਜਿਸ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਆਏ, ਜਿਸ ਚੁਬਾਰੇ ਦੇ ਵਿੱਚ ਮਹਾਰਾਜ ਰਹੇ ਸਨ, ਉਸ ਚੁਬਾਰੇ ਦੀਆਂ ਉਹ ਚੁਗਾਠਾਂ ਅੱਜ ਵੀ ਇੱਥੇ ਸੁਸ਼ੋਭਿਤ ਨੇ। ਮਹਾਰਾਜ ਦੇ ਜੇਕਰ ਗੱਲ ਕਰੀਏ ਤਾਂ ਖੜਾਵਾਂ ਜਿਹੜੀਆਂ ਨੇ ਉਹ ਵੀ ਇਸ ਅਸਥਾਨ ਦੇ ਉੱਪਰ ਸੁਸ਼ੋਭਿਤ ਨੇ। ਉਹਨਾਂ ਸਭ ਚੀਜ਼ਾਂ ਦੇ ਤੁਹਾਨੂੰ ਜਿਹੜੀਆਂ ਦਰਸ਼ਨ ਜਿਹੜੇ ਆ ਜ਼ਰੂਰ ਆਪ ਜੀ ਨੂੰ ਕਰਵਾਵਾਂਗੇ। ਤਾਂ ਇਹ ਉਹ ਅਸਥਾਨ ਹੈ ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਇਸ ਅਸਥਾਨ ਦੇ ਉੱਪਰ 17 ਦਿਨ ਦਾ ਸਮਾਂ ਬਿਤਾ ਕੇ ਗਏ ਸਨ। ਇੱਥੋਂ ਦਾ ਇਤਿਹਾਸ ਕੀ ਹੈ ਉਹ ਅਸੀਂ ਗਿਆਨੀ ਜੀ ਹੋਰਾਂ ਕੋਲੋਂ ਤੁਹਾਨੂੰ ਜਾਣੂ ਕਰਵਾਵਾਂਗੇ ਔਰ ਉਹ ਚੁਬਾਰੇ ਦੀਆਂ ਚੁਗਾਠਾਂ ਅਤੇ ਗੁਰੂ ਮਹਾਰਾਜ ਦੀਆਂ ਖੜਾਵਾਂ ਦੇ ਦਰਸ਼ਨ ਵੀ ਆਪ ਸੰਗਤਾਂ ਨੂੰ ਕਰਵਾਵਾਂਗੇ। ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਗਿਆਨੀ ਜੀ ਦੇ ਨਾਲ ਗੱਲਬਾਤ ਕਰਵਾਵਾਂਗੇ। ਆਓ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਕਰਾਉਂਦੇ ਹਾਂ ਤੇ ਇਤਿਹਾਸ ਤੋਂ ਜਾਣੂ ਵੀ ਕਰਵਾਉਂਦੇ ਹਾਂ। ਸੋ ਅਸੀਂ ਇਸ ਵਕਤ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਾਂ। ਤੁਸੀਂ ਦੇਖ ਸਕਦੇ ਹੋ ਇਹ ਉਹੀ ਚੁਬਾਰੇ ਦੀ ਚੁਗਾਠ ਜਿਹੜੀ ਇਸ ਜਗ੍ਹਾ 'ਤੇ ਸੁਸ਼ੋਭਿਤ ਹੈ, ਜਿਸ ਚੁਬਾਰੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 17 ਦਿਨ ਇਸ ਜਗ੍ਹਾ 'ਤੇ ਰਹੇ ਸਨ। ਜਿਸ ਪਰਿਵਾਰ ਦੇ ਕੋਲੋਂ ਆਏ ਸਨ ਉਹਨਾਂ ਨੇ ਮਹਾਰਾਜ ਨੂੰ ਉੱਪਰ ਕਮਰੇ ਦੇ ਵਿੱਚ ਆਸਣ ਲਗਾ ਕੇ ਦਿੱਤਾ ਸੀ ਔਰ ਉਸ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਉਸ ਚੁਗਾਠਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਿ ਇਸ ਜਗ੍ਹਾ 'ਤੇ ਮਹਾਰਾਜ ਜਿਸ ਕਮਰੇ ਦੇ ਵਿੱਚ ਰਹੇ ਸਨ, ਜਿਸ ਚੁਬਾਰੇ ਦੇ ਵਿੱਚ ਰਹੇ ਸਨ, ਉਸ ਚੁਬਾਰੇ ਦੀਆਂ ਇਹ ਚੁਗਾਠਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਦਰਸ਼ਨ ਜਿਹੜੇ ਤੁਸੀਂ ਇਸ ਵਕਤ ਕਰ ਰਹੇ ਹੋ। ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਔਰ ਇਹਨਾਂ ਦੇ ਬਾਰੇ ਵੀ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਸੰਗਤਾਂ ਨੂੰ ਜ਼ਰੂਰ ਦੱਸੋ ਜੀ, ਇਹ ਚੁਗਾਠਾਂ ਦੇ ਬਾਰੇ, ਇਤਿਹਾਸ ਤੇ ਚੁਬਾਰਾ ਸਾਹਿਬ ਦੇ ਬਾਰੇ ਵੀ। ਇਹ ਚੁਬਾਰਾ ਸਾਹਿਬ ਦੇ ਵਿੱਚ ਜਿਹੜੇ ਚੁਬਾਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਸ ਪਰਿਵਾਰ ਨੇ ਆਸਣ ਲਾ ਕੇ ਬਿਠਾਇਆ ਸੀ। ਇਹ ਯਾਦਾਂ ਉਸ ਸਮੇਂ ਦੀਆਂ ਨੇ। ਇਹ ਚੁਗਾਠਾਂ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਇਹ ਸਾਂਭ ਕੇ ਰੱਖੀਆਂ ਸੀ।
ਤੇ ਉਸ ਤੋਂ ਬਾਅਦ ਸੰਗਤਾਂ ਨੇ ਸਾਂਭੀਆਂ। ਬਾਬਾ ਜੀ ਹਰਨਾਮ ਸਿੰਘ ਜੀ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਇਹ ਚੁਗਾਠਾਂ ਸੰਗਤਾਂ ਨੇ ਸਾਂਭ ਕੇ ਰੱਖੀਆਂ। ਉਸ ਤੋਂ ਬਾਅਦ 1980 ਦੇ ਵਿੱਚ ਜਦੋਂ ਸ੍ਰੀਮਾਨ ਸੰਤ ਬਾਬਾ ਬਖਸ਼ੀਸ਼ ਸਿੰਘ ਜੀ ਨੇ ਇੱਥੇ ਕਾਰ ਸੇਵਾ ਸ਼ੁਰੂ ਕੀਤੀ ਤਾਂ ਫਿਰ ਇਹ ਉਹਨਾਂ ਨੇ ਸਾਂਭ ਕੇ ਰੱਖੀਆਂ ਸਨ। ਇਸ ਪਿੰਡ ਮਨਸੂਰਪੁਰ ਦੇ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਠਿੰਡੇ ਦੇ ਵਿੱਚੋਂ ਕਾਣਾ ਦੇ ਕੱਢਿਆ ਸੀ, ਉਸ ਦੇ ਨੇ ਵੀ ਇੱਥੇ ਦੁਪਹਿਰਾ ਕੱਟਿਆ ਸੀ। ਅਤੇ ਇਸ ਪਿੰਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਮਾਣੇ ਨੂੰ ਢਾਹ ਢੇਰੀ ਕਰਕੇ ਆ ਰਹੇ ਸੀ ਤਾਂ ਉਹ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵੀ ਜਾਂਦੇ ਜਾਂਦੇ ਕਾਕੜੇ ਵਿੱਚ ਦੀ ਹੁੰਦੇ ਹੋਏ ਇੱਧਰ ਨੂੰ ਆਏ ਸੀ, ਕਿਉਂਕਿ ਕਾਕੜੇ ਵਜੀਦੇ ਦੇ ਨਾਨਕੇ ਸੀ, ਤਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਧਰ ਨੂੰ ਆਏ ਸੀ। ਇੱਕ ਬਾਬਾ ਜੀ ਜਿਹੜਾ ਕੁਝ ਸੰਗਤਾਂ ਨੂੰ ਸ਼ਾਇਦ ਨਹੀਂ ਪਤਾ, ਜਿਹੜਾ ਕਹਿੰਦੇ ਵੀ ਸੱਸੇ ਤੋਂ ਜਿਹੜੇ ਸੀਗੇ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ, ਉਹ ਸ਼ੀਟਾਂ ਵਾਲਾ ਪਿੰਡ ਵੀ ਉਦੋਂ ਇਸ ਤਰੀਕੇ ਨਾਲ ਮੰਨਦੇ ਹੋ? ਹਾਂਜੀ, ਉਹ ਵੀ ਇਸੇ ਵਿੱਚ ਹੀ ਸੱਸੇ 'ਚ ਹੀ ਆਇਆ ਸੀ ਜੀ। ਅਤੇ ਸ਼ੀਟਾਂ ਵਾਲਾ, ਸਮਾਣਾ, ਸੰਧੌੜ ਜਿੰਨੇ ਵੀ ਹੈਗੇ ਸੀ, ਸਮਾਣਾ, ਇਹ ਸਾਰੇ ਇਸ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਸਮੇਂ, ਇਹ ਮੁਸਲਮਾਨਾਂ ਦਾ ਗੜ੍ਹ ਸੀ, ਕੁਛ ਇੱਥੇ ਵਜੀਦੇ ਦੀਆਂ ਰਿਸ਼ਤੇਦਾਰੀਆਂ ਵੀ ਸੀ, ਉਹਦੇ ਕਰਕੇ ਇਸ ਪਿੰਡ ਨੂੰ ਵੀ ਗਰਕ ਕੀਤਾ ਸੀ। ਇਸ ਤਹਿਸ ਨਹਿਸ ਕੀਤਾ ਗਿਆ ਸੀ ਇਸ ਪਿੰਡ ਨੂੰ? ਹਾਂਜੀ, ਤਹਿਸ ਨਹਿਸ ਕੀਤਾ ਗਿਆ ਸੀ। ਇਹਦੇ ਵਿੱਚ ਇੱਕ ਪੁਰਾਣਾ ਕਿਲ੍ਹਾ ਵੀ ਹੈਗਾ ਜਿਹੜਾ ਬਾਬਾ ਜੀ ਨੇ ਗਰਕ ਕੀਤਾ ਹੋਇਆ। ਉਸ ਸਮੇਂ ਦੇ ਅਜੇ ਵੀ ਉਸ ਕਿਲ੍ਹੇ ਦੇ ਨਿਸ਼ਾਨੀਆਂ ਹੈਗੀਆਂ ਜੀ। ਹਾਂਜੀ, ਆਪਾਂ ਸੰਗਤਾਂ ਨੂੰ ਜ਼ਰੂਰ ਉਸ ਕਿਲ੍ਹੇ ਦੇ ਵੀ ਦਰਸ਼ਨ ਕਰਵਾ ਸਕਾਂਗੇ, ਜੇ ਕੋਸ਼ਿਸ਼ ਕਰਾਂਗੇ ਕਿ ਜੇ ਉੱਥੇ ਕੁਛ ਮੌਜੂਦ ਹੋਇਆ ਤੇ ਆਪ ਜੀ ਨੂੰ ਦਰਸ਼ਨ ਜ਼ਰੂਰ ਕਰਾਵਾਂਗੇ। ਬਾਬਾ ਜੀ, ਇਸ ਪਿੰਡ ਦੇ ਵਿੱਚ ਹੋਰ ਕਿਹੜਾ ਇਤਿਹਾਸ ਜੁੜਦਾ? ਨਾਨਕ ਪਾਤਸ਼ਾਹ ਤੋਂ ਲਹਿਦਾ ਵੀ ਕਹਿੰਦੇ ਇਹ ਪਿੰਡ ਬਹੁਤ ਇਤਿਹਾਸਿਕ ਹੈ, ਇਹਦੇ ਨਾਲ ਬਹੁਤ ਸਾਰੇ ਇਤਿਹਾਸ ਜੁੜੇ ਹੋਏ ਨੇ, ਉਸ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ। ਇਸ ਪਿੰਡ ਇਤਿਹਾਸਿਕ ਪਿੰਡ ਹੈ ਜੀ। ਇੱਥੇ ਗੰਗਾ ਦਾ ਡੇਰਾ ਵੀ ਹੈ, ਜਿੱਥੇ ਕਿ ਗੰਗਾ ਪ੍ਰਗਟ ਕੀਤੀ ਸੀ। ਇੱਥੇ ਨਾਥਾਂ ਦਾ ਡੇਰਾ ਵੀ ਹੈ, ਬਾਬਾ ਆਪੋ ਆਪ ਜੀ ਦੀ ਗੱਦੀ ਵੀ ਹੈ। ਉਹ ਬੜੀ ਦੂਰੋਂ ਸੰਗਤਾਂ ਉੱਥੇ ਵੀ ਨਮਸਤਕ ਹੁੰਦੀਆਂ ਨੇ। ਬਾਕੀ ਹੋਰ ਗੁਰਦੁਆਰਾ ਚੁਬਾਰਾ ਸਾਹਿਬ ਛੀਟਾਂ ਵਾਲਾ ਸੰਗਤਾਂ ਇੱਥੇ ਵੀ ਆਉਂਦੀਆਂ ਨੇ, ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਵੀ। ਤਾਂ ਬਿਲਕੁਲ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਲੈ ਕੇ ਜਾਂਦੇ ਹਾਂ ਅਤੇ ਬਾਬਾ ਜੀ ਨਾਲ ਬੈਠ ਕੇ ਉੱਥੇ ਵੀ ਆਪਾਂ ਜਿਹੜੀ ਆ ਗੱਲਬਾਤ ਕਰਾਂਗੇ। ਬਈ ਕਰਮਾਂ ਭਾਗਾਂ ਵਾਲੇ ਮੰਨਦੇ ਹੋ, ਕਿਉਂਕਿ ਦੂਰੋਂ ਦੁਰਾਡਿਓਂ ਲੋਕ ਦਰਸ਼ਨ ਕਰਨ ਵੀ ਆਉਂਦੇ ਨੇ, ਔਰ ਗੁਰਪੁਰਬ 'ਤੇ ਖੜਾਵਾਂ ਜਿਹੜੀਆਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੁੰਦੀਆਂ ਨੇ, ਕਿਉਂਕਿ ਉਸ ਗੁਰਦੁਆਰਾ ਸਾਹਿਬ ਦੇ ਬਾਰੇ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਘੱਟ ਹੀ ਹੈ। ਐਵੇਂ ਹੀ ਹੈ ਜੀ? ਹਾਂਜੀ ਹਾਂ, ਬਿਲਕੁਲ। ਆਪਾਂ ਆਪਣੇ ਆਪ ਨੂੰ ਬਹੁਤ ਕਰਮਾਂ ਵਾਲਾ ਮਹਿਸੂਸ ਕਰਦੇ ਹਾਂ ਜੀ, ਕਿਉਂਕਿ ਦੂਰੋਂ ਲੋਕ ਜਦੋਂ ਆਉਂਦੇ ਨੇ ਉਰੇ, ਮਤਲਬ ਕੁਝ ਕੁ ਮਿੰਟ ਜਾਂ ਕੁਝ ਕੁ ਸੈਕਿੰਡ ਜਦੋਂ ਉਹ ਆਪਣੇ ਦਰਸ਼ਨ ਕਰਦੇ ਨੇ ਖੜਾਵਾਂ ਦੇ, ਬਹੁਤ ਭਾਵੁਕ ਹੋ ਜਾਂਦੇ ਨੇ। ਤਾਂ ਅਸੀਂ, ਜਿਵੇਂ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ, ਤਾਂ ਮੈਂ ਤਾਂ ਆਪਣੇ ਆਪ ਨੂੰ ਬਹੁਤ ਕਰਮਾਂ ਵਾਲਾ ਮਹਿਸੂਸ ਕਰਦਾ ਕਿ ਮੈਂ ਇਸ ਘਰ 'ਚ ਜਨਮਿਆ ਜਿੱਥੇ ਗੁਰੂ ਨਾਨਕ ਦੇਵ ਜੀ ਆਏ, ਜਿਨ੍ਹਾਂ ਦੀ ਪੀੜ੍ਹੀ 'ਚ ਤੇ ਸਾਨੂੰ ਖੜਾਵਾਂ ਦੇ ਕੇ ਗਏ। ਅਸੀਂ ਬਿਲਕੁਲ, ਜਿਵੇਂ ਤੁਸੀਂ ਕਿਹਾ, ਅਸੀਂ ਆਪਣੀ ਜਾਨ ਨਾਲੋਂ ਵੱਧ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ, ਅਤੇ ਅੱਜ ਵੀ ਅਸੀਂ ਉਵੇਂ ਹੀ ਸੇਵਾ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਹਿਲਾਂ ਉਹ ਚੁਗਾਠ ਦੇ ਦਰਸ਼ਨ ਕਰਾਏ ਜਿਸ ਚੁਬਾਰੇ ਦੇ ਵਿੱਚ ਮਹਾਰਾਜ ਜੀ ਰਹਿ ਕੇ ਗਏ ਸਨ, ਉਸ ਚੁਬਾਰੇ ਦੀਆਂ ਦੋਨੋਂ ਚੁਗਾਠਾਂ ਦੇ ਤੁਸੀਂ ਦਰਸ਼ਨ ਕੀਤੇ। ਹੁਣ ਇਸ ਵਕਤ ਸਾਡੇ ਨਾਲ ਇੱਥੋਂ ਦੇ ਕਾਰ ਸੇਵਾ ਵਾਲੇ ਜਿਹੜੇ ਬਾਬਾ ਜੀ ਨੇ, ਗਿਆਨੀ ਜੀ, ਸਾਡੇ ਨਾਲ ਮੌਜੂਦ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਇਤਿਹਾਸ ਤੋਂ ਆਪ ਸਭ ਸੰਗਤਾਂ ਨੂੰ ਜਾਣੂ ਵੀ ਕਰਵਾਵਾਂਗੇ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ, ਕਿਉਂਕਿ ਕਿਤੇ ਨਾ ਕਿਤੇ ਇਸ ਅਸਥਾਨ ਦੇ ਬਾਰੇ ਬਹੁਤ ਸਾਰੇ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਘੱਟ ਪਤਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਫੀ ਲੰਬਾ ਸਮਾਂ, ਸਭ ਤੋਂ ਵੱਧ ਸਮਾਂ ਜਿਹੜਾ 17 ਦਿਨਾਂ ਦਾ ਸਮਾਂ ਇੱਥੇ ਬਿਤਾ ਕੇ ਗਏ ਸਨ। ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਇਸ ਗੁਰਦੁਆਰਾ ਸਾਹਿਬ ਦੇ ਬਾਰੇ ਦੱਸਿਆ ਜਾਵੇ, ਔਰ ਇੱਥੋਂ ਦੇ ਇਤਿਹਾਸ ਬਾਰੇ, ਅਤੇ ਨਾਨਕ ਪਾਤਸ਼ਾਹ ਜੀ ਇੱਥੇ ਕਿੰਨਾ ਸਮਾਂ ਰਹੇ ਔਰ ਕਿਸ ਕੰਮ ਦੇ ਲਈ ਇੱਥੇ ਆਏ ਸਨ, ਉਸ ਸਭ ਦੇ ਬਾਰੇ ਸੰਗਤਾਂ ਨੂੰ ਜ਼ਰੂਰ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਿੰਡ ਜੀ, ਪੁਰਾਣਾ ਨਾਂ ਇਸ ਦਾ ਮਨਸੂਰਪੁਰ ਹੈ।
ਮਨਸੂਰ ਅਲੀ ਖਾਂ ਕਾਕੜੇ ਵਾਲੇ ਦੇ ਕਬਜ਼ੇ 'ਚ ਆਉਣ ਕਰਕੇ ਇਹਦਾ ਨਾਮ ਮਨਸੂਰਪੁਰ ਸੀ। ਅਤੇ ਉਸ ਤੋਂ ਬਾਅਦ ਜਦੋਂ ਮਨਸੂਰ ਦਾ ਨਾਂ ਤੋਂ ਉਹਨਾਂ ਨੇ ਫਿਰ ਇਹਦਾ ਨਾਂ ਛੀਟਾਂ ਵਾਲਾ ਰੱਖ ਦਿੱਤਾ। ਇੱਥੇ ਛੀਟਾਂ ਬਹੁਤ ਤਿਆਰ ਹੁੰਦੀਆਂ ਸੀ, ਫਿਰ ਛੀਟਾਂ ਵਾਲੇ ਦੇ ਨਾਂ 'ਤੇ ਮਸ਼ਹੂਰ ਹੋ ਗਿਆ। ਅੱਜ ਵੀ ਅਦਾਲਤ ਦੇ ਵਿੱਚ ਜੋ ਵੀ ਰਜਿਸਟਰੀ ਜਾਂ ਕੋਈ ਵੀ ਸਰਕਾਰੀ ਕੰਮ ਹੁੰਦਾ ਹੈ, ਉਹਦੇ ਵਿੱਚ ਛੀਟਾਂ ਵਾਲਾ ਉਰਫ ਨਾਲ ਬਰੈਕਟ ਦੇ ਵਿੱਚ ਮਨਸੂਰਪੁਰ ਲਿਖਿਆ ਜਾਂਦਾ ਹੈ। ਇਸ ਪਿੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੰਨਨ ਮਲ ਖੱਤਰੀ, ਜਿਨ੍ਹਾਂ ਦਾ ਗੋਤ ਸੀ ਜਾੜਾ ਖੱਤਰੀ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕੀਤਾ। ਮਹਾਰਾਜ ਜੀ ਉਸ ਜਗ੍ਹਾ 'ਤੇ ਜਾਂਦੇ ਸਨ ਜਿੱਥੇ ਕੋਈ ਭਗਤ ਮਹਾਰਾਜ ਜੀ ਨੂੰ ਯਾਦ ਕਰਦਾ ਸੀ। ਤਾਂ ਮਹਾਰਾਜ ਜੀ ਨੇ ਜਦੋਂ ਮਹਾਰਾਜ ਜੀ ਨੂੰ ਯਾਦ ਕੀਤਾ ਤਾਂ ਮਹਾਰਾਜ ਜੀ ਆ ਗਏ ਅਤੇ ਇੱਥੇ ਮਹਾਰਾਜ ਜੀ ਰਹੇ ਚੁਬਾਰੇ ਦੇ ਵਿੱਚ। ਭਗਤ ਨੇ ਆਸਣ ਲਾਤਾ। ਛੋਟੇ ਜਿਹੇ ਬੱਚੇ ਨੇ ਆ ਕੇ ਦੱਸਿਆ ਕਿ ਸਾਡੇ ਘਰ ਬੱਚੇ ਨੇ ਜਨਮ ਲਿਆ ਹੈ। ਭੋਜਨ ਬ੍ਰਹਮ ਭੋਜ ਕੀਤਾ ਸੀ। ਬ੍ਰਹਮ ਭੋਜ ਪੰਡਤ ਵੀ ਸੱਦੇ ਸੀ। ਬ੍ਰਹਮ ਭੋਜ 'ਤੇ ਪੰਡਤਾਂ ਨੇ ਫਿਰ ਜਵਾਬ ਦੇ ਦਿੱਤਾ ਕਿ ਅਸੀਂ ਇਹ ਸੂਦਕ ਵਾਲਾ ਭੋਜਨ ਅਸੀਂ ਇਹ ਨਹੀਂ ਛਕਣਾ, ਤੁਹਾਡਾ ਭੋਜਨ ਜਿਹੜਾ ਸੂਦਕ ਹੋ ਗਿਆ। ਅਤੇ ਫਿਰ ਮਹਾਰਾਜ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸੂਦਕ ਬਾਰੇ ਸਲੋਕ ਇੱਥੇ ਉਚਾਰਨ ਕੀਤਾ। ਸੂਦਕ ਕਿਹੜੀ ਜਗ੍ਹਾ 'ਚ ਸੂਦਕ ਨਹੀਂ, ਜੇਕਰ ਸੂਦਕ ਮੰਨੀਏ ਤਾਂ ਕਿ ਸੂਦਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੀ ਉਹ ਕਿਹੜੀ ਜਗ੍ਹਾ ਹੈ ਜਿਹਦੇ ਵਿੱਚ ਸੂਦਕ ਨਹੀਂ ਹੁੰਦਾ? ਪਾਣੀ ਦੇ ਵਿੱਚ 84 ਲੱਖ ਜੂਨ ਹੈ, ਮਰਦੀ ਜੰਮਦੀ ਹੈ, ਆਪਾਂ ਪੀਂਦੇ ਹਾਂ, ਉਹ ਸੂਦਕ ਹੈ। ਜਿਹੜੇ ਆਪਾਂ ਲੱਕੜ ਗੋਹਾ ਫੂਕਦੇ ਹਾਂ ਉਹਦੇ ਵਿੱਚ ਸੂਦਕ, ਲੱਕੜ ਕੀੜੇ ਮੱਚ ਜਾਂਦੇ ਨੇ, ਸੜਦੇ ਨੇ, ਉਹ ਵੀ ਸੂਦਕ ਹੋ ਜਾਂਦਾ। ਅਤੇ ਮਹਾਰਾਜ ਜੀ ਨੇ ਭਰਮ ਦੂਰ ਕਰਕੇ ਪੰਡਤਾਂ ਦਾ, ਅਤੇ ਫਿਰ ਭੋਜਨ ਪੰਡਤਾਂ ਨੇ ਭੋਜਨ ਛਕ ਲਿਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ 17 ਦਿਨ ਇੱਥੇ ਰਹਿ ਕੇ ਉਸ ਭਗਤ ਨੂੰ ਬਚਨ ਕੀਤਾ ਕਿ ਤੂੰ ਇੱਥੇ ਲੰਗਰ ਅਤੇ ਪੰਗਤ ਚਲਾਇਆ ਕਰ। ਉਸ ਭਗਤ ਨੇ ਇੱਥੇ ਲੰਗਰ ਵੀ ਚਲਾਇਆ, ਪੰਗਤ ਵੀ ਲਾਈ ਅਤੇ ਮਹਾਰਾਜ ਦੇ ਕਹਿਣੇ 'ਤੇ ਇੱਕ ਸਰਾਂ ਵੀ ਬਣਾਈ, ਜਿਹੜੀ ਸਰਾਂ ਇਸ ਟਾਈਮ ਸਾਡੇ ਕੋਲ ਮੌਜੂਦ ਨਹੀਂ। ਉਹ ਮੁਸਲਮਾਨਾਂ ਦਾ ਪਿੰਡ ਹੋਣ ਕਰਕੇ ਉਹਨਾਂ ਨੇ ਢਾਹ ਢੂ ਦਿੱਤੀ ਸੀ। ਇਹ ਚੁਬਾਰਾ ਜਦੋਂ ਪਾਕਿਸਤਾਨ ਤੋਂ ਸੰਗਤਾਂ ਆਈਆਂ ਅਤੇ ਸੰਤ ਹਰਨਾਮ ਸਿੰਘ ਜੀ ਉਹਨਾਂ ਨੇ ਇਸ ਅਸਥਾਨ ਨੂੰ ਪ੍ਰਗਟ ਕੀਤਾ। ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਹਦੇ ਵਿੱਚ ਮਨਸੂਰਪੁਰ ਦੇ ਮੰਮੇ 'ਤੇ ਜ਼ਿਕਰ ਕੀਤਾ ਹੋਇਆ, ਮਨਸੂਰਪੁਰ ਪਿੰਡ ਦਾ ਨਾਮ। ਅਤੇ ਬਾਬਾ ਜੀ ਜਦੋਂ ਮਹਾਰਾਜ ਇੱਥੇ ਰਹੇ ਸਨ ਉਸ ਵਕਤ 17 ਦਿਨ ਦਾ ਸਮਾਂ, ਉਹਨਾਂ 17 ਦਿਨਾਂ ਦੇ ਦੌਰਾਨ ਹੋਰ ਕੀ ਕੁਛ ਜਿਹੜਾ ਇਸ ਅਸਥਾਨ ਦੇ ਨਾਲ ਸੰਬੰਧਿਤ ਸਾਹਮਣੇ ਆਇਆ ਸੀ? ਉਸ ਪੰਡਤ ਦੇ ਨਾਲ ਸੰਗਤਾਂ ਆਉਂਦੀਆਂ ਜਾਂਦੀਆਂ ਸੀ ਅਤੇ ਸੰਗਤਾਂ ਵਿਚਾਰ ਵਟਾਂਦਰਾ ਕਰਦੀਆਂ ਰਹੀਆਂ ਮਹਾਰਾਜ ਦੇ ਨਾਲ। ਅਤੇ ਉੱਥੇ ਫਿਰ ਇਸ ਤੋਂ ਬਾਅਦ ਫਿਰ ਮਹਾਰਾਜ ਜੀ ਇੱਧਰ ਨੂੰ ਚਲੇ ਗਏ। ਇਹ ਆਏ ਸੀ ਭੋਗਲ ਤੋਂ, ਖਨੌਰੀ ਭੋਗਲ ਅਤੇ ਕਮਾਲਪੁਰ ਤੋਂ ਹੁੰਦੇ ਹੋਏ ਛੀਟਾਂ ਵਾਲੇ ਤੋਂ ਫਿਰ ਇਹ ਗਏ ਨੇ ਮਹਾਰਾਜ ਜੀ ਮਲੇਰ ਤੋਂ ਫਿਰ ਸੁਲਤਾਨਪੁਰ ਲੋਧੀ ਗਏ ਸੀ। ਅੱਛਾ ਜੀ। ਅਤੇ ਹੁਣ ਜਿਹੜਾ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਸਰੋਵਰ ਵੀ ਸੁਸ਼ੋਭਿਤ ਹੈ, ਇਹ ਕਾਫੀ ਵੇਖਣ ਨੂੰ ਪੁਰਾਣਾ ਲੱਗਦਾ। ਕਿੰਨਾ ਕੁ ਸਮਾਂ ਪੁਰਾਣਾ? ਸ੍ਰੀਮਾਨ ਸੰਤ ਬਾਬਾ ਬਖਸ਼ੀਸ਼ ਸਿੰਘ ਜੀ, ਬਾਬਾ ਗੁਰਮੇਲ ਸਿੰਘ ਜੀ, ਇਹ 1980 ਦੇ ਵਿੱਚ ਸੇਵਾ ਇੱਥੇ ਚਲਾਈ ਸੀ। 1982 ਦੇ ਵਿੱਚ ਮਹਾਂਪੁਰਸ਼ਾਂ ਨੇ ਸਰੋਵਰ ਤਿਆਰ ਕੀਤਾ ਸੀ, ਜਿਹੜੇ ਕਿ ਹੁਣ ਉਹ ਸੱਚਖੰਡ 'ਚ ਜਾ ਬਰਾਜੇ ਨੇ ਦੋਨੋਂ ਸੰਤ। ਹੁਣ ਉਹਨਾਂ ਦੀ ਜਗ੍ਹਾ 'ਤੇ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਗੜ੍ਹੀ ਸਾਹਿਬ ਵਾਲੇ ਇਸ ਅਸਥਾਨ ਦੀ ਸੇਵਾ ਕਰਾ ਰਹੇ ਨੇ ਜੀ। ਅਤੇ ਇਹ ਵੀ ਜਿਵੇਂ ਕਿ ਅਸੀਂ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ ਨੇ, ਜਿਹੜੀ ਚੁਬਾਰੇ ਦੀਆਂ ਉਹ ਚੁਗਾਠਾਂ ਨੇ ਔਰ ਮਹਾਰਾਜ ਦੀਆਂ ਖੜਾਵਾਂ ਵੀ ਜਿਹੜੀਆਂ ਨੇ ਉਹ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸਿਓ ਵੀ ਉਹ ਜਿਹੜੀਆਂ ਖੜਾਵਾਂ ਸੀਗੀਆਂ ਉਹ ਕਿੱਥੋਂ ਅਤੇ ਕਿਵੇਂ ਮਿਲੀਆਂ, ਉਹਦਾ ਕੀ ਇਤਿਹਾਸ ਹੈ? ਜਿਹੜੇ ਭਗਤਾਂ ਦੇ ਕੋਲ ਮਹਾਰਾਜ ਜੀ ਆਏ ਸੀ, ਜਦੋਂ ਚੇਚਕ ਦਾ ਇੱਥੇ ਪੈ ਗਈ, ਚੇਚਕ ਦਾ ਰੋਗ ਪੈ ਗਿਆ, ਉਹ ਚੇਚਕ ਤੋਂ ਡਰਦੇ ਹੋਏ ਉਹ ਇਸ ਟਾਈਮ ਪਟਿਆਲੇ ਪਰਿਵਾਰ ਰਹਿੰਦਾ। ਉਹ ਜਾਣ ਲੱਗੇ ਆਪਣੇ ਪ੍ਰੋਹਤਾਂ ਨੂੰ, ਪੰਡਤਾਂ ਨੂੰ ਕੋਈ ਸਮਾਨ ਦੇ ਗਏ। ਇਹ ਹਵੇਲੀ ਸੀ ਉਹਨਾਂ ਦੀ, ਇਹ ਹਵੇਲੀ ਵੀ ਉਹਨਾਂ ਨੂੰ ਸਮਾ ਗਏ ਸੀ। ਉਹ ਇਹਦੀ ਦੇਖ ਰੇਖ ਪੂਜਾ ਕਰਦੇ ਰਹੇ ਨੇ, ਧੂਪ ਬੱਤੀ ਕਰਦੇ ਸੀ। ਉਹ ਜਿਹੜੀਆਂ ਮਹਾਰਾਜ ਦੀਆਂ ਪੈਰਾਂ ਦੀਆਂ ਖੜਾਵਾਂ ਸੀ ਉਹ ਵੀ ਮਹਾਰਾਜ ਜੀ
ਉਹਨਾਂ ਨੂੰ ਦੇ ਗਏ ਸੀ, ਚੰਨਨਮਲ ਖੱਤਰੀ ਦੇ ਪਰਿਵਾਰ ਨੂੰ। ਉਹ ਪਰਿਵਾਰ ਜਿਹੜੇ ਜਾਣ ਲੱਗੇ ਇਹਨਾਂ ਪ੍ਰੋਤਾਂ ਨੂੰ ਹੀ ਸਮਾ ਗਏ ਸੀ ਕਿ ਇਹ ਲਓ ਤੁਸੀਂ ਇਹਨਾਂ ਦੀ ਵੀ ਨਾਲ ਚੁਬਾਰੇ ਦੇ ਵਿੱਚ ਸੇਵਾ ਕਰੋ। ਜਦੋਂ 1947 ਦੇ ਵਿੱਚ ਵੰਡ ਹੋਈ, ਵੰਡ ਤੋਂ ਬਾਅਦ ਪਾਕਿਸਤਾਨੋਂ ਗੁਰਸਿੱਖ ਆਏ, ਉਹਨਾਂ ਨੇ ਫਿਰ ਇਸ ਚੁਬਾਰੇ ਨੂੰ ਦੇਖਿਆ ਖੰਡਰ। ਉਦੋਂ ਵਿੱਚ ਸੰਗਤਾਂ ਦਾ ਇੰਨਾ ਹੁੰਦਾ ਨਹੀਂ ਸੀ ਕਿ ਉਹਨਾਂ ਨੇ ਚੁਬਾਰਾ ਢਾਹ ਕੇ ਇਮਾਰਤ ਤਿਆਰ ਕਰ ਦਿੱਤੀ। ਕੁਝ ਸਮਾਂ ਉਹ ਇਮਾਰਤ ਰਹੀ, ਉਸ ਤੋਂ ਬਾਅਦ ਇਮਾਰਤ ਦੀਆਂ ਡਾਟਾਂ ਪਾਟ ਗਈਆਂ। ਫਿਰ ਉਸ ਤੋਂ ਬਾਅਦ 1980 ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਬਖਸ਼ੀਸ਼ ਸਿੰਘ ਜੀ ਗੜ੍ਹੀ ਸਾਹਿਬ ਵਾਲੇ, ਉਹਨਾਂ ਨੇ ਇਹਦੀ ਸੇਵਾ ਕਰਾਈ, ਦਰਬਾਰ ਬਣਾਇਆ, ਸਰੋਵਰ ਬਣਾਇਆ। ਫਿਰ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ, ਉਹਨਾਂ ਨੇ ਦੀਵਾਨ ਹਾਲ ਅਤੇ ਲੰਗਰ ਹਾਲ ਹੋਰ ਨਾਲ ਜਗ੍ਹਾ ਜਿਹੜੀਆਂ ਨੇ ਮੁੱਲ ਲੈ ਕੇ ਜਗ੍ਹਾ ਖੁੱਲ੍ਹੀ ਕਰ ਰਹੇ ਨੇ। ਇਸ ਜਗ੍ਹਾ ਸਥਾਨ 'ਤੇ ਜਗ੍ਹਾ ਬਿਲਕੁਲ ਘੱਟ ਸੀ, ਜਿਹੜੀ ਕਿ ਬਾਬਾ ਜੀ ਮੁੱਲ ਲੈ ਕੇ ਜਗ੍ਹਾ ਬਣਾ ਰਹੇ ਨੇ। ਬਾਬਾ ਜੀ, ਜਿਵੇਂ ਕਿ ਜਿਹੜੀਆਂ ਚੁਗਾਠਾਂ ਅੰਦਰ ਸੁਸ਼ੋਭਿਤ ਨੇ, ਇਹ ਫਿਰ ਕਿਹੜੇ ਪਰਿਵਾਰ ਨੇ ਉਸ ਵਕਤ ਸੰਭਾਲੀਆਂ ਅਤੇ ਅੱਜ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀਆਂ ਨੇ ਸੰਗਤਾਂ ਦੇ ਦਰਸ਼ਨ ਕਰਨ ਲਈ? ਇਹਨਾਂ ਨੂੰ ਜਦੋਂ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ, ਸਾਰਾ ਕੁਛ ਇੱਕ ਵਾਰੀ ਡਿੱਗ ਜਾਂਦਾ, ਅਤੇ ਫਿਰ ਕਿਵੇਂ ਇਹਨਾਂ ਨੂੰ ਸੰਭਾਲਿਆ ਔਰ ਕਿਹਨਾਂ ਨੇ ਇਹ ਸੇਵਾ ਨਿਭਾਈ? ਜਿਹੜੇ ਸੰਤ ਪਾਕਿਸਤਾਨ ਤੋਂ ਨਾਲ ਆਏ ਸੀ, ਸੰਤ ਬਾਬਾ ਹਰਨਾਮ ਸਿੰਘ ਜੀ, ਇਹ ਉਹਨਾਂ ਨੇ ਇਹਨਾਂ ਚੁਗਾਠਾਂ ਦੀ ਸਾਂਭ ਸੰਭਾਲ ਕੀਤੀ, ਇਹਨਾਂ ਨੂੰ ਸਾਂਭ ਕੇ ਰੱਖਿਆ। ਅਤੇ ਉਸ ਤੋਂ ਬਾਅਦ ਜਦੋਂ ਇਹ ਦਰਬਾਰ ਨਵਾਂ ਬਣਿਆ ਅਤੇ ਇਹਨਾਂ ਨੂੰ ਸ਼ੀਸ਼ੇ ਦੇ ਵਿੱਚ ਜੜ ਦਿੱਤਾ ਗਿਆ ਜੀ। ਅਤੇ ਬਾਬਾ ਜੀ, ਜੇਕਰ ਗੱਲ ਕਰੀਏ ਵੀ ਇਸ ਗੁਰਦੁਆਰਾ ਸਾਹਿਬ ਦੇ ਬਾਰੇ, ਜੇਕਰ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਬਹੁਤ ਸਾਰੀਆਂ ਸੰਗਤਾਂ ਨੂੰ ਇਸ ਅਸਥਾਨ ਦੇ ਬਾਰੇ ਨਹੀਂ ਪਤਾ। ਸਾਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕੋ ਸਥਾਨ ਹੈ ਜੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ 17 ਦਿਨ ਸਭ ਤੋਂ ਵੱਧ ਵਿਰਾਜੇ ਨੇ। ਸੰਗਰੂਰ ਜ਼ਿਲ੍ਹੇ ਦੇ ਵਿੱਚ ਕਈ ਅਸਥਾਨ ਨੇ, ਜਿਵੇਂ ਨਾਨਕਿਆਣਾ ਸਾਹਿਬ, ਸਧਾਣਾ ਸਾਹਿਬ, ਹੋਰ ਕਈ ਗੁਰਦੁਆਰਾ ਸਾਹਿਬ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਨੇ। ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕੋ ਇੱਕ ਸਥਾਨ ਗੁਰਦੁਆਰਾ ਚੁਬਾਰਾ ਸਾਹਿਬ, ਛੀਟਾਂ ਵਾਲਾ ਮਨਸੂਰਪੁਰ ਹੈ ਜੀ। ਅੱਛਾ ਜੀ। ਇੱਥੇ ਨਾਭੇ ਤੋਂ 12 ਕਿਲੋਮੀਟਰ ਬੱਸਾਂ ਚੱਲਦੀਆਂ ਨੇ, 3 ਵੀਲਰ ਚੱਲਦੇ ਨੇ। ਬਾਗੜੀਆਂ ਤੋਂ ਸਾਧਨ ਹੈ ਜੀ, ਭਵਾਨੀਗੜ੍ਹ ਤੋਂ ਸਾਧਨ ਹੈ, ਧੂਰੀ ਤੋਂ ਸਾਧਨ ਹੈ, ਸੰਗਰੂਰ ਤੋਂ ਸਾਧਨ ਹੈ। ਚੁਰਸਤੇ ਦੇ ਵਿੱਚ ਇਹ ਪਿੰਡ ਪੈਂਦਾ ਜੀ। ਰੇਲ ਗੱਡੀ ਆਉਂਦੀ ਹੈ ਜੀ, ਸਟੇਸ਼ਨ ਹੈ ਰੇਲ ਗੱਡੀ ਦਾ, ਛੀਟਾਂ ਵਾਲਾ ਸਟੇਸ਼ਨ ਪੈਂਦਾ। ਰੇਲਾਂ ਲੰਘਦੀਆਂ ਨੇ ਇੱਥੋਂ ਦੀ, ਖੜ੍ਹਦੀਆਂ ਵੀ ਨੇ। ਆਉਣ ਜਾਣ ਦਾ ਸਾਧਨ ਬਹੁਤ ਹੈ ਜੀ। ਬਾਬਾ ਜੀ, ਇੱਥੇ ਕੋਈ ਸਾਲ ਦੇ ਬਾਅਦ ਕੋਈ ਦਿਨ ਵੀ ਮਨਾਇਆ ਜਾਂਦਾ, ਕੋਈ ਦਿਹਾੜਾ, ਕੋਈ ਗੁਰਪੁਰਬ ਮਨਾਇਆ ਜਾਂਦਾ ਜੀ ਇੱਥੇ? ਹਾਂਜੀ, ਹਰ ਮਹੀਨੇ ਹਰ ਪੂਰਨਮਾਸ਼ੀ ਇੱਥੇ ਮਨਾਈ ਜਾਂਦੀ ਹੈ। ਅਤੇ 31 ਦੀ ਪੂਰਨਮਾਸ਼ੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੁੰਦਾ ਹੈ, ਉਹ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਨਗਰਾਂ ਦੇ ਵਿੱਚ ਨਗਰ ਕੀਰਤਨ ਜਾਂਦਾ ਹੈ, ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਇਹ ਦਿਨ ਮਨਾਉਂਦੀਆਂ ਨੇ ਜੀ, 31 ਦੀ ਪੂਰਨਮਾਸ਼ੀ ਦਾ ਹੀ। ਇਸ ਸਥਾਨ ਦੇ ਕੋਲ ਜਿਹੜਾ ਪਿੰਡ ਹੈ ਛੀਟਾਂ ਵਾਲਾ, ਇਸ ਦੇ ਵਿੱਚ ਮਸਜਿਦਾਂ ਵੀ ਹੈਗੀਆਂ ਨੇ, ਜਿਵੇਂ ਗੁਰਦੁਆਰਾ ਸਾਹਿਬ ਹੈ ਅਤੇ ਸਾਹਮਣੇ ਪਾਸੇ ਮਸਜਿਦ ਵੀ ਹੈ। ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ? ਹਾਂਜੀ, ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਜਾਤਾਂ ਰਹਿੰਦੀਆਂ ਨੇ ਜੀ। ਇੱਥੇ 2 ਮਸਜਿਦਾਂ ਨੇ। ਮੁਸਲਮਾਨ ਭਾਈ ਗੁਰਦੁਆਰਾ ਸਾਹਿਬ ਵੀ ਆਉਂਦੇ ਜਾਂਦੇ ਨੇ, ਅਤੇ ਜੇ ਸਾਨੂੰ ਉਹ ਦਾਵਤ ਦਿੰਦੇ ਨੇ ਤਾਂ ਅਸੀਂ ਵੀ ਉਹਨਾਂ ਦੇ ਕੋਲ ਜਾਂਦੇ ਹਾਂ। ਸਾਰੇ ਅਸੀਂ ਇੱਕੋ ਤਰੀਕੇ ਨਾਲ ਰਹਿ ਰਹੇ ਹਾਂ। ਜਿਵੇਂ ਕਿ ਮਹਾਰਾਜ ਇਸ ਜਗ੍ਹਾ 'ਤੇ ਲੰਬਾ ਸਮਾਂ, ਸਭ ਤੋਂ ਵੱਧ ਸਮਾਂ ਮਹਾਰਾਜ ਨੇ ਇੱਥੇ ਬਿਤਾਇਆ, ਅਤੇ ਸਾਂਝੀਵਾਲਤਾ ਦਾ ਜੋ ਮਹਾਰਾਜ ਉਪਦੇਸ਼ ਦੇ ਕੇ ਗਏ, ਜਿਸ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦੇ ਕੇ ਗਏ, ਉਹਦੇ 'ਤੇ ਪੂਰੇ ਪਿੰਡ ਵਾਲੇ ਲੋਕ ਚੱਲਦੇ ਨੇ ਅੱਜ ਵੀ। ਹਾਂਜੀ, ਸਾਰਾ ਨਗਰ ਉਸੇ ਸਿਧਾਂਤ 'ਤੇ ਚੱਲ ਰਿਹਾ ਹੈ, ਜਿਹੜੇ ਮਹਾਰਾਜ ਜੀ ਉਪਦੇਸ਼ ਦੇ ਕੇ ਗਏ ਸੀ ਸਾਂਝੀਵਾਲਤਾ ਦਾ। ਉਸੇ ਤਰ੍ਹਾਂ ਸਾਰਾ ਨਗਰ ਹਰੇਕ ਤਰ੍ਹਾਂ ਦੇ ਤਿਉਹਾਰ ਸਾਂਝੇ ਮਨਾ ਰਹੇ ਨੇ। ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਇਤਿਹਾਸ ਦੇ ਵਿੱਚ, ਜਿਵੇਂ ਦੱਸਿਆ ਕਿ ਉਹਨਾਂ ਦੇ ਘਰ ਭੋਜਨ ਛਕਣ ਦੇ ਲਈ ਦਾਵਤ ਦਿੱਤੀ ਗਈ ਸੀ, ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਅਤੇ ਮਹਾਰਾਜ ਨੇ ਉਹਨਾਂ ਦਾ ਵਹਿਮ ਭਰਮ ਦੂਰ ਕੀਤਾ। ਲੇਕਿਨ ਜਦੋਂ ਉਹਨਾਂ ਨੂੰ ਸੁਨੇਹਾ ਭੇਜਿਆ ਸੀ, ਪਹਿਲਾਂ ਪੰਡਿਤ ਪਰਿਵਾਰਾਂ ਨੂੰ ਭੇਜਿਆ ਸੀ, ਉਹ ਮਹਾਰਾਜ ਦੇ ਆਉਣ ਤੋਂ ਪਹਿਲਾਂ ਸੁਨੇਹਾ ਭੇਜਿਆ ਸੀ ਜਾਂ ਬਾਅਦ 'ਚ ਭੇਜਿਆ, ਜਾਂ ਉਹਨਾਂ ਦੇ ਹੁੰਦਿਆਂ ਭੇਜਿਆ ਸੀ? ਨਹੀਂ ਜੀ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਉਦੋਂ ਉਹਨਾਂ ਨੇ, ਖੱਤਰੀ ਪਰਿਵਾਰ ਨੇ ਜਦੋਂ ਭੋਜਨ ਤਿਆਰ ਕੀਤਾ, ਇਹ ਪਰੰਪਰਾ ਹੁੰਦੀ ਹੈ ਕਿ ਸਾਰਿਆਂ ਨੂੰ ਬ੍ਰਹਮ ਭੋਜ ਦੇ ਵਿੱਚ
ਪੰਡਤਾਂ ਨੂੰ ਸੱਦਿਆ ਜਾਵੇ। ਉਸ ਸਮੇਂ ਪੰਡਤਾਂ ਨੂੰ ਪਹਿਲ ਦਿੱਤੀ ਗਈ ਕਿ ਉਹ ਵੀ ਪਰਿਵਾਰ ਇੱਥੇ ਆਉਣ ਅਤੇ ਬ੍ਰਹਮ ਭੋਜ ਦੇ ਵਿੱਚ ਸ਼ਿਕਵਤ ਕਰਨ। ਅਤੇ ਜਦੋਂ ਫਿਰ ਉਹਨਾਂ ਦੇ ਬੱਚਾ ਹੋ ਗਿਆ, ਪੰਡਤਾਂ ਨੇ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ। ਫਿਰ ਮਹਾਰਾਜ ਜੀ ਨੇ ਉੱਥੇ ਸਾਰਿਆਂ ਨੂੰ ਬਿਠਾ ਕੇ ਉੱਥੇ ਸੂਤਕ ਦਾ ਸਲੋਕ ਉਚਾਰਨ ਕੀਤਾ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਉਹ ਵਹਿਮ ਭਰਮ ਜਿਹੜਾ ਮਹਾਰਾਜ ਨੇ ਦੂਰ ਕੀਤਾ। ਹਾਂਜੀ, ਵਹਿਮ ਭਰਮ ਦੂਰ ਕੀਤਾ ਅਤੇ ਫਿਰ ਸਾਰਿਆਂ ਨੇ ਭੋਜਨ ਛਕ ਲਿਆ ਜੀ। ਤਾਂ ਬਿਲਕੁਲ ਤੁਸੀਂ ਦੇਖਿਆ ਜੀ ਕਿਵੇਂ ਬਾਬਾ ਜੀ ਹੋਰਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾਇਆ। ਆਪਾਂ ਦੂਸਰੇ ਪਾਸੇ ਵੀ ਚੱਲਦੇ ਹਾਂ, ਉਸ ਚੀਜ਼ ਬਾਰੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਆਓ ਜੀ, ਆਪਾਂ ਇਸ ਵਕਤ ਉਸ ਕਿਲੇ ਦੀ ਥਾਂ 'ਤੇ ਮੌਜੂਦ ਹਾਂ ਜਿਸ ਜਗ੍ਹਾ 'ਤੇ ਬੰਦਾ ਸਿੰਘ ਬਹਾਦਰ ਹੋਰਾਂ ਨੇ ਇਹ ਕਿਲੇ ਨੂੰ ਢਹਿ ਢੇਰੀ ਕੀਤਾ ਸੀ। ਅੱਜ ਬੇਸ਼ੱਕ ਦੀ ਇੱਥੇ ਇੱਕ ਸਕੂਲ ਦੀ ਗਰਾਊਂਡ ਵਜੋਂ ਇਸ ਜਗ੍ਹਾ ਨੂੰ ਇਸਤੇਮਾਲ ਕੀਤਾ ਜਾਂਦਾ। ਇਹ ਸਕੂਲ ਦੇ ਅੰਦਰ ਆਉਂਦੀ ਇਹ ਜਗ੍ਹਾ, ਲੇਕਿਨ ਅੱਜ ਵੀ ਜਿਵੇਂ ਕਿ ਬਾਬਾ ਜੀ ਹੁਣਾਂ ਨੇ ਦੱਸਿਆ ਕਿ ਇੱਥੋਂ ਅਗਰ ਮਿੱਟੀ ਪੁੱਟਦੇ ਆ ਜਾਂ ਕੋਈ ਮਲਬਾ ਕੱਢਦੇ ਆ ਥੱਲੋਂ ਤਾਂ ਅੱਜ ਵੀ ਛੋਟੀਆਂ ਇੱਟਾਂ ਜਿਹੜੀਆਂ ਇੱਥੋਂ ਨਿਕਲਦੀਆਂ ਨੇ। ਬਾਕੀ ਜਾਣਕਾਰੀ ਸਾਨੂੰ ਬਾਬਾ ਜੀ ਦੇਣਗੇ। ਬਾਬਾ ਜੀ, ਹੋਰ ਕੀ ਇੱਥੋਂ ਦਾ ਇਤਿਹਾਸ ਹੈ ਔਰ ਕੀ ਕੁਝ ਹੋਰ ਇਸ ਪਿੰਡ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਆਪ ਦੀ ਹੋਸ਼ ਦੇ ਵਿੱਚ ਦੇਖਣ ਨੂੰ ਮਿਲੀਆਂ? ਇਹ ਅਸੀਂ ਆਪਣੀ ਹੋਸ਼ ਦੇ ਵਿੱਚ ਇਹੀ ਦੇਖਿਆ ਜੀ, ਇਹ ਕਿਲ੍ਹਾ ਬਹੁਤ ਤਗੜਾ। ਹੁਣ ਤਾਂ ਇੱਥੇ ਆਬਾਦੀ ਉੱਪਰ ਹੋ ਗਈ, ਗਰੀਬ ਲੋਕਾਂ ਨੇ ਘਰ ਪਾ ਲਏ ਨੇ। ਇਹ ਕੁਛ ਜਿਹੜੀ ਜਗ੍ਹਾ ਦੇਖਦੇ ਹੋ ਤੁਸੀਂ, ਇਹ ਗਰਾਊਂਡ ਬਣਾਤਾ ਸਕੂਲ ਦਾ। ਅਤੇ ਇੱਥੋਂ ਅੱਜ ਵੀ ਜਦੋਂ ਇਹ ਖੁਦਾਈ ਕੀਤੀ ਜਦੋਂ ਅਸੀਂ ਇਹ ਖੁਦਾਈ ਕੀਤੀ ਹੈ ਤਾਂ ਇਹਦੇ ਵਿੱਚੋਂ ਇੱਟਾਂ ਬਹੁਤ ਨਿਕਲੀਆਂ ਨੇ। ਬਾਕੀ ਬਹੁਤ ਜਗ੍ਹਾ, ਇਹ ਖੁੱਲ੍ਹੀ ਜਗ੍ਹਾ ਹੈ। ਲੋਕਾਂ ਨੇ 2-2 3-3 ਕਿੱਲੇ ਉੱਤੇ ਸਾਂਭ ਕੇ ਮੱਝਾਂ ਲਈ ਡੰਗਰਾਂ ਲਈ ਪੱਠੇ ਬੀਜੇ ਹੋਏ ਨੇ। ਅਤੇ ਕੁਛ ਹੈ ਸਕੂਲ ਲਈ ਗਰਾਊਂਡ ਬਣਾਇਆ। ਕੋਈ ਪਿੱਛੇ ਵੀ ਇੱਧਰ ਵੀ ਜਗ੍ਹਾ ਹੈ, ਉਹ ਵੀ ਜਿਹੜੀ ਹੈ ਲੋਕਾਂ ਨੇ ਮੱਲੀ ਹੋਈ ਹੈ। ਇਹ ਕਿਲ੍ਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਗਰਕ ਕੀਤਾ ਸੀ, ਉਸ ਸਮੇਂ ਦਾ ਇਹ ਕਿਲ੍ਹਾ ਹੈ ਜੀ। ਅਤੇ ਕਾਣਾ ਦੇਵ ਵੀ ਇਸ ਜਗ੍ਹਾ 'ਤੇ ਜਾਂਦਾ ਦੁਪਹਿਰਾ ਇੱਥੇ ਕੱਟ ਕੇ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਠਿੰਡੇ ਦੇ ਵਿੱਚੋਂ ਉਹਨੂੰ ਕੱਢਿਆ ਸੀ ਤਾਂ ਜਾਂਦਾ ਉਹ ਇੱਧਰ ਨੂੰ ਲੰਘ ਕੇ ਗਿਆ। ਉਹਦਾ ਵੀ ਇਸ ਪਿੰਡ ਦੇ ਨਾਲ ਸੰਬੰਧ ਹੈਗਾ, ਕਾਣੇ ਦੇਵ ਦਾ ਵੀ। ਇਸ ਪਿੰਡ ਦੇ ਵਿੱਚ ਭੂਮੀਏ ਚੋਰ ਦਾ ਵੀ ਸੰਬੰਧ ਹੈਗਾ। ਭੂਮੀਏ ਚੋਰ ਜਿਹੜਾ ਸੀ, ਉਹਦਾ ਵੀ ਇਸ ਪਿੰਡ ਦੇ ਨਾਲ ਸੰਬੰਧ ਹੈਗਾ। ਹਾਂਜੀ ਬਾਬਾ ਜੀ, ਹੋਰ ਜਿਹੜੇ ਧਾਰਮਿਕ ਸਥਾਨ ਤੁਸੀਂ ਦੱਸ ਰਹੇ ਸੀ ਵੀ ਇਸ ਪਿੰਡ ਦੇ ਵਿੱਚ ਕਾਫੀ ਧਾਰਮਿਕ ਸਥਾਨ ਨੇ, ਥੋੜ੍ਹਾ ਉਹਨਾਂ ਦੇ ਬਾਰੇ ਵੀ ਅਸੀਂ ਚਾਹੁੰਦੇ ਵੀ ਦਰਸ਼ਕਾਂ ਨੂੰ ਪਤਾ ਲੱਗ ਸਕੇ। ਹਾਂਜੀ, ਜਿਸ ਤਰ੍ਹਾਂ ਇੱਥੇ ਗੰਗਾ ਦਾ ਡੇਰਾ ਹੈ ਜੀ। ਇੱਥੇ ਜਦੋਂ ਕੁੰਭ ਦੇ ਮੇਲੇ 'ਤੇ ਗੰਗਾ ਨਹਾਉਣ ਹਰਿਦੁਆਰ ਸੰਗਤ ਜਾਂਦੀ ਸੀ ਤਾਂ ਜਿਹੜਾ ਸੀ ਸਾਧ ਦਾ ਚੇਲਾ, ਉਹ ਕਹਿਣ ਲੱਗ ਗਿਆ, ਕਹਿੰਦਾ ਮਹਾਰਾਜ ਜੀ ਆਪਾਂ ਵੀ ਚੱਲੀਏ, ਗੰਗਾ ਨਾਲ ਇਸ਼ਨਾਨ ਕਰਕੇ ਚੱਲੀਏ ਆਈਏ। ਕਹਿੰਦੇ ਨਹੀਂ, ਆਪਣੀ ਗੰਗਾ ਇੱਥੇ ਹੀ ਹੈ। ਕਹਿੰਦੇ ਨਹੀਂ ਜੀ, ਉਹ ਸਰੋਵਰ ਉੱਥੇ ਬਣਿਆ ਹੋਇਆ, ਇਸ ਟਾਈਮ ਸਰੋਵਰ ਵੀ ਉਹ ਖੰਡਰ ਹੋ ਗਿਆ। ਸਰੋਵਰ 'ਤੇ ਜਦੋਂ ਉਹਨੇ ਕਿਹਾ ਮਾਰ ਟੁੱਬਾ ਮਾਰਿਆ ਤਾਂ ਉੱਥੇ ਗੰਗਾ 'ਤੇ ਜਾ ਨਿਕਲੇ ਗੁਰੂ ਚੇਲਾ। ਜਿਹੜੀ ਸੰਗਤ ਇੱਥੋਂ ਦੀ ਸੀ ਉਹ ਕਹਿੰਦੇ ਕਿ ਸਾਧ ਉੱਥੇ ਸੀ ਅਤੇ ਇੱਥੋਂ ਵਾਲੇ ਕਹਿੰਦੇ ਸਾਧ ਇੱਥੇ ਸੀ, ਅਤੇ ਗੰਗਾ ਦਾ ਡੇਰਾ ਹੋਏ। ਇੱਥੇ ਇੱਕ ਨਾਥਾਂ ਦਾ ਡੇਰਾ ਹੈ ਜੀ, ਅਤੇ ਉਹ ਇੱਥੇ ਨਾਥ ਵੀ ਰਹਿੰਦੇ ਸੀ। ਅਤੇ ਉਹਦੇ ਬਾਰੇ ਇੰਨਾ ਪਤਾ ਨਹੀਂ ਕਿ ਉਹ ਕਿਵੇਂ ਡੇਰਾ ਬਣਿਆ ਕਿਵੇਂ ਨਹੀਂ, ਉਹਦੇ ਬਾਰੇ ਤਾਂ ਅਸੀਂ ਇਤਿਹਾਸ ਸੁਣਦੇ ਰਹੇ ਹਾਂ। ਇੱਕ ਇੱਥੇ ਬਾਬਾ ਆਪੋ ਆਪ ਜੀ ਦਾ ਡੇਰਾ ਹੈ ਅਤੇ ਉਹਦੀਆਂ 84 ਗੱਦੀਆਂ ਨੇ। ਕਈ ਪਿੰਡਾਂ ਦੇ ਵਿੱਚ ਕਾਫੀ ਜ਼ਮੀਨ ਹੈ ਇਸ ਡੇਰੇ ਦੇ ਨਾਂ, ਅਤੇ ਗੁਰਦੁਆਰਾ ਸਾਹਿਬ ਦੇ ਨਾਂ ਕੋਈ ਜ਼ਮੀਨ ਨਹੀਂ ਹੈਗੀ। ਹਾਂਜੀ। ਅਤੇ ਬਾਬਾ ਜੀ, ਜਦੋਂ ਇਸ ਪਿੰਡ ਦੇ ਬਾਰੇ ਤੁਸੀਂ ਦੱਸਿਓ ਵੀ ਤੁਹਾਡਾ ਜਨਮ ਵੀ ਇੱਥੋਂ ਦਾ, ਤੁਸੀਂ ਇੱਥੇ ਰਹੇ ਵੀ ਹੋ, ਸਮਾਂ ਹੰਢਾਇਆ ਵੀ ਹੈ ਤੁਸੀਂ, ਅਤੇ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਉਹ ਬਾਜ਼ਾਰ ਜਿਹੜਾ ਬਹੁਤ ਵਧੀਆ, ਕਿਹੋ ਜਿਹਾ ਮਾਹੌਲ ਹੁੰਦਾ ਸੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਬਾਕੀ ਆਪਾਂ ਬਾਜ਼ਾਰ 'ਚ ਜਾ ਕੇ ਵੀ ਗੱਲ ਕਰਾਂਗੇ। ਹਾਂਜੀ, ਇਸ ਬਾਜ਼ਾਰ ਦੇ ਵਿੱਚ ਮੈਂ ਛੋਟੇ ਹੁੰਦੇ ਅਸੀਂ ਇਸ ਬਾਜ਼ਾਰ ਦੇ ਵਿੱਚ ਦੇਖੇ 14-15 ਪਿੰਡ ਜਿਹੜੇ ਸੀ ਇੱਥੇ ਸੌਦਾ ਲੈਣ ਆਉਂਦੇ ਹੁੰਦੇ ਸੀ। ਜਿਵੇਂ ਤੁੰਗਾ ਹੋ ਗਿਆ, ਫੈਜ਼ਗੜ੍ਹ, ਤੁੰਗਾ, ਵੱਡਾ ਕੋਟ, ਛੋਟਾ ਕੋਟ, ਬਿੰਨਾ ਹੇੜੀ, ਬੁੱਧੂ ਦੀਆਂ ਛੰਨਾਂ ਜਿਹਨੂੰ ਫਤਿਹਗੜ੍ਹ ਛੰਨਾਂ ਕਹਿੰਦੇ ਨੇ, ਅਲੀਪੁਰ, ਇਹ ਕਈ ਪਿੰਡ ਨੇ ਜਿਹੜੇ ਇੱਥੋਂ ਸੌਦਾ ਲੈ ਕੇ ਜਾਂਦੇ ਸੀ। ਸੌਦਾ ਇੱਥੋਂ ਹਰੇਕ ਕਿਸਮ ਦਾ ਸੌਦਾ ਮਿਲਦਾ ਸੀ। ਇਹ ਬਾਜ਼ਾਰ ਦੇ ਵਿੱਚ ਸ਼ਾਮ ਦੇ ਟਾਈਮ ਨੂੰ ਲਾਈਨਾਂ ਲੱਗ ਜਾਂਦੀਆਂ ਸੀ ਸੌਦੇ ਵਾਲਿਆਂ ਦੀਆਂ। ਅਤੇ ਜਦੋਂ ਇੱਥੋਂ ਸੰਗਤ ਬਠਿੰਡੇ ਵੱਲੋਂ ਸੰਗਤ ਆਉਂਦੀ ਸੀ, ਉਦੋਂ ਵੀ ਇੱਥੋਂ ਬਾਜ਼ਾਰ ਦੇ ਵਿੱਚੋਂ ਲੰਘਿਆ ਨਹੀਂ ਸੀ ਜਾਂਦਾ ਹੁੰਦਾ।
ਆਪਾਂ ਤੁਹਾਨੂੰ ਉਸ ਬਾਜ਼ਾਰ ਦੇ ਵਿੱਚ ਲੈ ਕੇ ਚੱਲਦੇ ਹਾਂ, ਜਿਸ ਬਾਜ਼ਾਰ ਦੀ ਬਾਬਾ ਜੀ ਗੱਲ ਕਰਦੇ ਨੇ ਉੱਥੋਂ ਦਾ ਵੀ, ਕਿਉਂਕਿ ਸਾਡਾ ਮਕਸਦ ਇਹੀ ਹੈ ਕਿ ਪਿੰਡ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਦੇ ਨਾਲ ਇਤਿਹਾਸ ਜੁੜਿਆ ਉਹ ਤੁਹਾਡੇ ਤੱਕ ਪਹੁੰਚਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਮਹੱਤਤਾ ਵਾਲੇ ਜਿਹੜੇ ਅਸਥਾਨ ਨੇ ਉਹ ਅਜੇ ਤੱਕ ਬਹੁਤ ਸਾਰੀਆਂ ਸੰਗਤਾਂ ਨੂੰ ਜਿਹੜਾ ਉਹਨਾਂ ਦੇ ਬਾਰੇ ਨਹੀਂ ਜਾਗਰੂਕਤਾ ਹੈ, ਬਹੁਤ ਸਾਰੀਆਂ ਚੀਜ਼ਾਂ ਬਾਰੇ ਨਹੀਂ ਪਤਾ। ਲੇਕਿਨ ਜਿਸ ਜਗ੍ਹਾ 'ਤੇ ਆਪਾਂ ਖੜੇ ਹਾਂ ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਫੇਰ ਵੀ ਇਹ ਉਹੀ ਜਗ੍ਹਾ, ਇਹ ਉਹੀ ਕਿਲ੍ਹਾ ਜਿਸ ਕਿਲ੍ਹੇ ਨੂੰ ਉਸ ਵਕਤ ਬੰਦਾ ਸਿੰਘ ਬਹਾਦਰ ਜੀ ਹੋਰਾਂ ਵੱਲੋਂ ਜਿਹੜਾ ਗਰਕ ਕੀਤਾ ਗਿਆ ਸੀ, ਖ਼ਤਮ ਕੀਤਾ ਗਿਆ ਸੀ, ਕਿਉਂਕਿ ਸੱਸੇ ਦੇ ਨਾਮ 'ਤੇ ਜੋ ਕੁਛ ਸਾਹਮਣੇ ਆਇਆ ਉਸ ਨੂੰ ਹੌਲੀ ਹੌਲੀ ਇਸ ਤਰੀਕੇ ਦੇ ਨਾਲ ਤੁਸੀਂ ਇਤਿਹਾਸ ਦੇ ਵਿੱਚ ਪੜ੍ਹਿਆ। ਸੋ ਇਹ ਸ਼ੀਟਾਂ ਵਾਲਾ ਪਿੰਡ ਵੀ ਉਸ ਵਕਤ ਸੱਸੇ ਦੀ ਉਸ ਮਾਰ ਹੇਠ ਆਇਆ ਸੀ, ਕਿਉਂਕਿ ਇੱਥੇ ਬਹੁਤ ਸਾਰਾ ਤਬਕਾ ਜਿਹੜਾ ਸੀ, ਮੁਸਲਮਾਨ ਤਬਕਾ ਭਾਈਚਾਰਾ ਜਿਹੜਾ ਸੀ ਇੱਥੇ ਰਹਿੰਦਾ ਸੀ, ਤਾਂ ਉਸ ਵਕਤ ਹਾਲਾਤ ਇਹੋ ਜਿਹੇ ਸੀ। ਇਹ ਉਹੀ ਜਗ੍ਹਾ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ। ਹੁਣ ਆਪਾਂ ਤੁਹਾਨੂੰ ਪਿੰਡ ਦੇ ਉਸ ਬਾਜ਼ਾਰ 'ਚ ਲੈ ਕੇ ਚੱਲਦੇ ਹਾਂ ਜਿੱਥੇ ਕਿਸੇ ਵਕਤ ਲਾਈਨਾਂ ਲੱਗਦੀਆਂ ਸੀ, ਪੁਰਾਣੀਆਂ ਦੁਕਾਨਾਂ ਸੀ, ਅੱਜ ਵੀ ਉਹ ਪੁਰਾਣੀਆਂ ਦੁਕਾਨਾਂ ਪੁਰਾਣੀਆਂ ਇੱਟਾਂ ਨਾਲ ਬਣੀਆਂ ਹੋਈਆਂ ਉੱਥੇ ਮੌਜੂਦ ਨੇ। ਆਓ ਚੱਲਦੇ ਹਾਂ। ਤੇ ਇਸ ਵਕਤ ਆਪਾਂ ਪਿੰਡ ਦੇ ਉਸ ਬਾਜ਼ਾਰ ਦੇ ਵਿੱਚ ਖੜੇ ਹਾਂ ਜਿਸ ਬਾਜ਼ਾਰ ਦੀ ਸਾਨੂੰ ਬਾਬਾ ਜੀ ਹੋਰਾਂ ਨੇ ਗੱਲ ਦੱਸੀ ਹੈ, ਔਰ ਅਸੀਂ ਚਾਹੁੰਦੇ ਕਿ ਪਿੰਡ ਦੇ ਵਿੱਚ ਜਿਹੜੇ ਸਥਾਨ ਨੇ ਉਹਨਾਂ ਬਾਰੇ ਵੀ ਦੱਸਿਆ ਜਾਵੇ, ਪਿੰਡ ਦੇ ਬਾਰੇ ਵੀ ਦੱਸਿਆ ਜਾਵੇ। ਹਰੇਕ ਚੀਜ਼ ਜਿਹੜੀ ਆ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਜਿਹੜੀ ਆ ਪਹੁੰਚਦੀ ਕੀਤੀ ਜਾਵੇ। ਜਿਸ ਜਗ੍ਹਾ 'ਤੇ ਆਪਾਂ ਖੜੇ ਹਾਂ ਇਹ ਬਾਬਾ ਜੀ ਹੋਰਾਂ ਨੇ ਪਹਿਲਾਂ ਵੀ ਦੱਸਿਆ ਵੀ ਇਹ ਕਿਸੇ ਦੀ ਪੁਰਾਣੀ ਹਵੇਲੀ ਹੈ, ਔਰ ਉਹਨਾਂ ਨੇ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਵੀ ਡਿੱਗੇ ਨਾ, ਇਹਨੂੰ ਇੱਦਾਂ ਹੀ ਕਾਇਮ ਰੱਖੀਏ ਜਿੰਨੀ ਕੁ ਵੀ ਹੋ ਸਕਦੀ ਆ। ਅਤੇ ਉਹਨਾਂ ਨੇ ਉਹੋ ਹੀ ਪੁਰਾਣੀ ਇੱਟ ਦੀ, ਕਿਉਂਕਿ ਪਿੰਡਾਂ ਦੇ ਵਿੱਚ ਉਦੋਂ ਹਵੇਲੀਆਂ ਇਸੇ ਤਰ੍ਹਾਂ ਹੀ ਬਣਦੀਆਂ ਹੁੰਦੀਆਂ ਸੀ ਵੱਡੇ ਪਰਿਵਾਰਾਂ ਦੀਆਂ। ਆ ਤੁਸੀਂ ਵੇਖ ਸਕਦੇ ਹੋ ਇੱਧਰਲੇ ਪਾਸੇ ਵੀ ਅੱਜ ਵੀ ਉਸੇ ਤਰੀਕੇ ਨਾਲ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਬਹੁਤੀ ਜਿੰਨਾ ਕਿਸੇ ਕੋਲ ਸਮਾਂ ਹੁੰਦਾ ਉਸ ਹਿਸਾਬ ਨਾਲ ਇਹਦੀ ਕੰਧ ਦੇਖੋ ਉੱਧਰ ਤੱਕ ਜਾਂਦੀ ਆ। ਹੁਣ ਬੇਸ਼ੱਕ ਦੀ ਇੱਥੇ ਕੋਈ ਰਹਿੰਦਾ ਨਹੀਂ ਆ, ਪਰ ਫਿਰ ਵੀ ਉਹਨਾਂ ਨੇ ਆਪਣਾ ਮਾੜਾ ਮੋਟਾ ਸੰਭਾਲਣ ਦੀ ਕੋਸ਼ਿਸ਼ ਕੀਤੀ ਆ। ਦੇਖੋ ਕਿੱਦਾਂ ਚੂਨੇ ਦੀਆਂ ਕੰਧਾਂ ਜਿਹੜੀਆਂ ਨੇ ਚੂਨੇ ਨਾਲ ਉਹ ਲੱਗਦੀਆਂ ਹੁੰਦੀਆਂ ਸੀ ਇੱਟਾਂ ਉਸ ਵਕਤ, ਤੇ ਚੂਨੇ ਦੀ ਪਕੜ ਐਡੀ ਮਜ਼ਬੂਤ ਸੀ ਵੀ ਛੇਤੀ ਕੁਛ ਹੁੰਦਾ ਵੀ ਨਹੀਂ ਸੀ। ਆ ਦੇਖੋ ਇਹ ਅਸੀਂ ਸ਼ੀਟਾਂ ਵਾਲਾ ਪਿੰਡ ਦੇ ਵਿੱਚ ਮੌਜੂਦ ਆ, ਅਤੇ ਬਾਕੀ ਗੱਲਬਾਤ ਆਪਾਂ ਬਾਬਾ ਜੀ ਨਾਲ ਕਰਦੇ ਹਾਂ। ਨਾਲੇ ਗੱਲਬਾਤ ਕਰਦੇ ਬਾਜ਼ਾਰ ਦੇ ਵਿੱਚ ਜਾਂਦੇ ਹਾਂ, ਅਤੇ ਮੈਨੂੰ ਲੱਗਦਾ ਵੀ ਬਾਬਾ ਜੀ ਨੂੰ ਆਪਣਾ ਸਮਾਂ ਵੀ ਜ਼ਰੂਰ ਯਾਦ ਆਊਗਾ ਵੀ ਬਾਬਾ ਜੀ ਉਸ ਵਕਤ ਕਿਵੇਂ ਸਮਾਂ ਹੰਢਾਉਂਦੇ ਸੀ, ਕੀ ਕੁਛ ਬਚਪਨ ਦੇ ਵਿੱਚ ਇਸ ਪਿੰਡ ਦੇ ਵਿੱਚ ਸਾਹਮਣੇ ਆਇਆ ਸੀ। ਉਹ ਸਾਰੀ ਗੱਲਬਾਤ ਆਪਾਂ ਬਾਬਾ ਜੀ ਨਾਲ ਕਰਾਂਗੇ। ਬਹੁਤ ਸਾਰੇ ਘਰ ਹਲੇ ਵੀ ਹੈਗੇ ਨੇ ਪੁਰਾਣੀਆਂ ਕੰਧਾਂ ਵਾਲੇ, ਅਤੇ ਆਪਾਂ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਬਾਬਾ ਜੀ ਨਾਲ ਕਰਾਂਗੇ। ਸੋ ਬਾਬਾ ਜੀ ਇਹ ਬਾਜ਼ਾਰ ਜਿਸ ਜਗ੍ਹਾ 'ਤੇ ਆਪਾਂ ਖੜ੍ਹੇ ਹਾਂ ਇੱਥੋਂ ਬਾਜ਼ਾਰ ਸ਼ੁਰੂ ਹੁੰਦਾ ਅਤੇ ਉਹ ਅਗਲੇ ਪਾਸੇ ਤੱਕ ਜਾਂਦਾ, ਨਾਲ ਨਾਲ ਆਪਾਂ ਚੱਲਦੇ ਜਾਂਦੇ ਬਾਜ਼ਾਰ ਦਿਖਾਉਂਦੇ ਜਾਂਦੇ, ਨਾਲ ਨਾਲ ਤੁਸੀਂ ਦੱਸਦੇ ਜਾਓ। ਇਹ ਬਹੁਤ ਸੰਘਣਾ ਬਾਜ਼ਾਰ ਸੀ ਜੀ, ਦੁਕਾਨਾਂ ਦੇ ਨਾਲ ਦੁਕਾਨਾਂ ਸੀ। ਇੱਥੇ ਹਰ ਕਿਸਮ ਦੀ ਦੁਕਾਨ ਸੀ, ਹਰ ਤਰ੍ਹਾਂ ਦਾ ਸਮਾਨ ਇਸ ਬਾਜ਼ਾਰ ਦੇ ਵਿੱਚੋਂ ਮਿਲਦਾ ਸੀ, ਜਿਹੜਾ ਕਿ ਅੱਜ ਖੰਡਰ ਹੋ ਚੁੱਕਿਆ ਹੈ। ਸਭ ਇਹ ਦੁਕਾਨਾਂ ਵੇਚ ਕੇ ਕੋਈ ਨਾਭੇ ਚਲਾ ਗਿਆ, ਕੋਈ ਧੂਰੀ, ਕੋਈ ਪਟਿਆਲੇ, ਕੋਈ ਲੁਧਿਆਣੇ, ਜਿੱਧਰ ਨੂੰ ਕਿਹਨਾਂ ਦਾ ਚਿੱਤ ਕੀਤਾ ਲਾਲੇ ਸ਼ਾਹੂਕਾਰ ਉੱਧਰ ਨੂੰ ਚਲੇ ਗਏ ਨੇ। ਹੁਣ ਇਹ ਬਾਜ਼ਾਰ ਦੇ ਵਿੱਚ ਕਿਸੇ ਟਾਈਮ ਲਾਈਨਾਂ ਲੱਗ ਕੇ ਸਮਾਨ ਵਿਕਦਾ ਹੁੰਦਾ ਸੀ, ਲੋਕ ਆਪਣੀ ਵਾਰੀ ਉਡੀਕਦੇ ਕਿ ਸਾਨੂੰ ਕਦੋਂ ਸਮਾਨ ਮਿਲੇਗਾ। 15-16 ਪਿੰਡਾਂ ਦੇ ਵਿੱਚ ਇਹ ਸ਼ੀਟਾਂ ਵਾਲਾ ਸ਼ਹਿਰ ਵੱਜਦਾ ਹੈ। ਇਹ ਨਹੀਂ ਹੈਗਾ ਕਿ ਇਹ ਪਿੰਡ ਹੈ, ਇਹਨੂੰ ਸ਼ਹਿਰ ਕਹਿੰਦੇ ਸੀ। ਅੱਜ ਵੀ ਆਲੇ ਦੁਆਲੇ ਦੇ ਪਿੰਡ ਸ਼ੀਟਾਂ ਵਾਲਾ ਨਹੀਂ ਕਹਿੰਦੇ, ਕਹਿੰਦੇ ਅਸੀਂ ਸ਼ਹਿਰ ਚੱਲੇ ਹਾਂ। ਨਾਭੇ ਨੂੰ ਨਾਭਾ ਕਹਿਣਗੇ, ਧੂਰੀ ਨੂੰ ਧੂਰੀ, ਭਵਾਨੀਗੜ੍ਹ ਨੂੰ ਢੋਡੇ, ਅਤੇ ਅਮਰਗੜ੍ਹ ਨੂੰ ਅਮਰਗੜ੍ਹ। ਇਹਨੂੰ ਕਹਿਣਗੇ ਸ਼ਹਿਰ ਚੱਲੇ ਹਾਂ। ਇਹਦਾ ਨਾਂ ਸ਼ੀਟਾਂ ਵਾਲਾ ਸ਼ਹਿਰ ਹੈ। ਹਾਂਜੀ, ਇਹ ਸਾਰੀਆਂ ਦੁਕਾਨਾਂ ਹੁੰਦੀਆਂ ਸੀ। ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਸੀ। ਕਿਸੇ ਸਮੇਂ ਲਾਈਨਾਂ 'ਚ ਲੱਗ ਕੇ ਸਮਾਨ ਵਿਕਦਾ ਹੁੰਦਾ ਸੀ। ਅੱਜ ਉਸ ਵਕਤ ਦੁਕਾਨਦਾਰੀਆਂ ਕਿਹੋ ਜਿਹੀਆਂ ਹੁੰਦੀਆਂ ਸੀ ਔਰ ਕਿਹੋ ਜਿਹੇ ਲੋਕ ਹੁੰਦੇ ਸੀ? ਕਿਉਂਕਿ ਤੁਸੀਂ ਤੇ ਉਹ ਚੀਜ਼ਾਂ ਹੰਢਾਈਆਂ ਨੇ ਆਪਣੇ ਆਪ 'ਤੇ, ਤੁਸੀਂ ਇਸੇ ਬਾਜ਼ਾਰ 'ਚੋਂ ਦਿਖਾ ਦਿੰਦੇ ਤੁਹਾਨੂੰ। ਇਹ ਵੀ ਕਿਸੇ ਦੀ ਦੁਕਾਨ ਹੀ ਲੱਗਦੀ ਹੈ? ਹਾਂਜੀ, ਇਹ ਵੀ ਦੁਕਾਨ ਹੈ ਜੀ। ਇੱਥੇ ਹੀ ਦੁਕਾਨ ਹੁੰਦੀ ਸੀ। ਇਹ ਸ੍ਰੀ ਹਜ਼ਾਰੀ ਲਾਲ ਦੀ ਦੁਕਾਨ ਸੀ ਜੀ, ਕਰਿਆਨੇ ਦੀ ਦੁਕਾਨ ਸੀ। ਇੱਥੋਂ ਕਰਿਆਨਾ ਇੱਥੇ ਸੀ। ਇੱਧਰ ਨਾਲ ਜਿਹੜਾ ਖੰਡਰ ਪਿਆ ਮਸਜਿਦ ਦੇ ਨਾਲ, ਇੱਥੇ 3 ਦੁਕਾਨਾਂ ਹੁੰਦੀਆਂ ਸੀ। ਇੱਥੇ ਜਲਾਏ ਹੁੰਦੇ ਸੀ ਜਿਹੜੇ ਖੱਡੀ ਹੁੰਦੇ ਸੀ। ਉਹ ਇਸ ਟਾਈਮ ਦੁਕਾਨਾਂ ਦਾ ਨਾਂ ਨਿਸ਼ਾਨ ਖਤਮ ਹੋ ਚੁੱਕਾ ਹੈ, ਅਤੇ ਇੱਥੇ ਹਰ ਤਰ੍ਹਾਂ ਦਾ ਇਨਸਾਨ ਰਹਿੰਦੇ ਸੀ। ਅਤੇ ਇਹ ਬਾਬਾ ਜੀ ਜਿੱਦਾਂ ਹੁਣ ਇੱਥੇ ਜਿਹੜੀ ਮਸਜਿਦ ਹੁੰਦੀ ਸੀ ਪਿੰਡ ਦੇ ਵਿੱਚ ਪਹਿਲੇ ਵੇਲੇ ਦੇ ਵਿੱਚ, ਜਿਸ ਵਕਤ ਤੁਹਾਡਾ ਬਚਪਨ ਸੀ ਜਾਂ ਉਸ ਤੋਂ ਪਹਿਲਾਂ ਦੀਆਂ, ਜੇ ਤੁਸੀਂ ਆਪਣੇ ਆਪਣਾ
ਬਾਪ ਦਾਦਿਆਂ ਤੋਂ ਸੁਣਿਆ ਹੋਵੇ ਤੇ ਪਿੰਡ 'ਚ ਕਿੰਨੀਆਂ ਮਸਜਿਦਾਂ ਹੁੰਦੀਆਂ ਸੀ? ਮੈਂ ਆਪਣੀਆਂ ਅੱਖਾਂ ਦੇ ਨਾਲ 10-12 ਮਸਜਿਦਾਂ ਦੇਖੀਆਂ ਨੇ ਜੀ। ਇਸ ਪਿੰਡ ਦੇ ਇਸ ਵਿੱਚ? ਪਿੰਡ ਦੇ ਵਿੱਚ 10-12 ਮਸਜਿਦਾਂ ਦੇਖੀਆਂ ਨੇ, ਜਿਹੜੀਆਂ ਕਿ ਇਸ ਟਾਈਮ 2 ਤਾਂ ਇੱਕ ਗੁਰਦੁਆਰਾ ਸਾਹਿਬ ਦੇ ਕੋਲ ਹੈ, ਇੱਕ ਅੱਡੇ ਦੇ ਵਿੱਚ ਹੈ। ਇੱਕ ਮਸਜਿਦ ਇੱਥੇ ਆ ਹੁਣ ਨਵੀਂ ਬਣ ਰਹੀ ਹੈ। ਆਹ ਵਾਲੀ? ਹਾਂਜੀ, ਇਹ ਪਹਿਲੋਂ ਹੈਗੀ ਸੀ, ਇਹ ਮੀਆਂ ਦੇ ਨਾਲ ਟੁੱਟ ਗਈ ਤੇ ਉਹਨੂੰ ਹੁਣ ਨਵੀਂ ਦਿੱਖ ਦੇ ਰਹੇ ਨੇ। ਹੁਣ ਜਿਹੜਾ ਬਾਬਾ ਜੀ ਅਗਲੇ ਪਾਸੇ ਬਾਜ਼ਾਰ ਹੈ, ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਤੇ ਯਾਦ ਹੋਊਗਾ ਥੋੜਾ ਬਹੁਤਾ ਵੀ ਕਿਹੋ ਜਿਹਾ ਬਾਜ਼ਾਰ ਹੁੰਦਾ ਸੀ ਔਰ ਕੀ ਕੁਝ ਵਿਕਦਾ ਹੁੰਦਾ ਸੀ ਇਸ ਵਿੱਚ, ਜਿਹਨੂੰ ਐਡਾ ਸ਼ਹਿਰ ਦਾ ਨਾਮ ਦਰਜਾ ਦਿੱਤਾ ਜਾਂਦਾ ਸੀ? ਮੈਂ ਤੁਹਾਨੂੰ ਦੱਸਦਾ ਜੀ, ਇੱਥੇ ਸਰੀਆ, ਸੀਮਟ, ਬਜਰੀ ਤਾਂ ਹੁਣ ਚੱਲੀਏ, ਚੂਨੇ ਤੱਕ ਸਮਾਨ, ਇੱਥੋਂ ਹਰੇਕ ਤਰ੍ਹਾਂ ਦਾ ਸਮਾਨ ਇਹ ਜਗ੍ਹਾ ਤੋਂ ਮਿਲਦਾ ਸੀ। ਰੰਗ, ਕਿਸੇ ਦਰਜੀ, ਹਰੇਕ ਤਰ੍ਹਾਂ ਦੇ ਇੱਥੇ ਇਨਸਾਨ ਰਹਿੰਦੇ ਸੀ। ਅੱਛਾ ਜੀ। ਹਾਂਜੀ ਬਾਬਾ ਜੀ, ਜਦੋਂ ਤੁਸੀਂ ਇੱਥੇ ਦੁਕਾਨ ਤੋਂ ਉਸ ਵਕਤ ਸਮਾਨ ਖਰੀਦਦੇ ਹੁੰਦੇ ਸੀ ਤੇ ਉਸ ਵੇਲੇ ਇਦਾਂ ਹੁੰਦਾ ਸੀ ਵੀ ਪੈਸੇ ਦੀ ਕਹਿੰਦੇ ਉਦੋਂ ਬੜੀ ਕਮੀ ਹੁੰਦੀ ਸੀ, ਤੇ ਉਦੋਂ ਫਿਰ ਸਮਾਨ ਖਰੀਦਿਆ ਕਿੱਦਾਂ ਜਾਂਦਾ ਸੀ? ਕੀ ਕੁਝ ਦੇ ਲੈ ਕੇ ਸਮਾਨ ਲੈਂਦੇ ਸੀ? ਲੋਕ ਕਿੱਦਾਂ ਰਹਿੰਦੇ ਸੀ? ਮਤਲਬ ਕਿਹੋ ਜਿਹਾ ਹੁੰਦਾ ਸੀ ਮਾਹੌਲ? ਪੈਸਾ, 2 ਪੈਸੇ, 10 ਪੈਸੇ, ਆਨਾ, ਇਹਨਾਂ ਦੀ ਬੜੀ ਵੈਲਿਊ ਹੁੰਦੀ ਸੀ। ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ ਤਾਂ ਸਾਨੂੰ ਇੱਕ ਨਵਾਂ ਪੈਸਾ ਮਿਲਣਾ, ਅਸੀਂ ਬੜੇ ਖੁਸ਼ ਹੋ ਜਾਣਾ ਤੇ ਅਸੀਂ ਉਹਦੀਆਂ ਰਿਉੜੀਆਂ ਤੇ ਮੂੰਗਫਲੀ ਲੈਣੀ, ਸਾਡੇ ਬੋਝੇ ਭਰ ਜਾਣੇ ਇੱਕ ਆਨੇ ਦੇ ਪੈਸੇ ਦੇ ਨਾਲ। ਆ ਜਿਹੜਾ ਸ਼ਬਦ ਤੁਸੀਂ ਵਰਤਿਆ ਬਾਬਾ ਜੀ, ਮਾਫ ਕਰਨਾ ਮੈਂ ਤੁਹਾਡੀ ਗੱਲ ਟੋਕੀ ਆ, ਤੁਸੀਂ ਆਖਿਆ ਵੀ ਬੋਝੇ ਭਰ ਜਾਣੇ। ਇਹ ਬੋਝਾ ਸ਼ਬਦ ਜਿਹੜਾ ਇਹ ਪੁਰਾਣਾ ਠੇਠ ਸ਼ਬਦ ਹੈ ਪੰਜਾਬੀ ਦਾ, ਔਰ ਇਹਦੇ ਬਾਰੇ ਬਹੁਤ ਸਾਰੀ ਅੱਜ ਕੱਲ੍ਹ ਵਾਲੀ ਜਨਰੇਸ਼ਨ ਨੂੰ ਨਹੀਂ ਪਤਾ, ਤੇ ਇਹੋ ਜਿਹੇ ਸ਼ਬਦ ਹੋਰ ਤੁਹਾਡੇ ਕੋਲ ਖਜ਼ਾਨਾ ਹੋਣਾ ਇਸ ਚੀਜ਼ ਦਾ। ਬੋਝਾ ਸ਼ਬਦ ਹੈ, ਬੋਝਾ ਇੱਕ ਵਾਰੀ ਦੱਸੋ ਵੀ ਪੰਜਾਬੀ 'ਚ ਇਹਨਾਂ ਨੂੰ ਵੀ ਕੀ ਹੁੰਦਾ? ਆਪਾਂ ਬੋਝਾ ਵੀ ਕਹਿ ਦਿੰਦੇ ਆ, ਇਹਨੂੰ ਖੀਸਾ ਵੀ ਕਹਿ ਦਿੰਦੇ ਆ ਤੇ ਇਹਨੂੰ ਜੇਬ ਵੀ ਕਹਿ ਦਿੰਦੇ ਆ। ਇਹ ਨੇ ਮਤਲਬ ਜੇਬ ਭਰ ਜਾਣੀ, ਬੋਝਾ ਭਰ ਜਾਣਾ, ਤੇ ਇਹ ਠੋਸ ਪੰਜਾਬੀ ਦੇ ਲਫ਼ਜ਼ ਨੇ, ਬੋਝਾ ਭਰ ਜਾਣਾ। ਤੇ ਬਾਬਾ ਜੀ, ਜਦੋਂ ਇਸ ਬਾਜ਼ਾਰ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ, ਤੇ ਮੈਨੂੰ ਲੱਗਦਾ ਉਹ ਚੀਜ਼ ਦਿਮਾਗ ਦੇ ਵਿੱਚ ਬਣ ਰਹੀ ਹੈ ਵੀ ਕਿੱਦਾਂ ਇਹ ਜਿੱਥੇ ਅੱਜ ਘਰ ਬਣੇ ਪਏ ਨੇ, ਇਹ ਬਾਜ਼ਾਰ ਦੇ ਵਿੱਚ ਕਿਸ ਤਰੀਕੇ ਦੀ ਗਹਿਮਾ ਗਹਿਮੀ ਹੋਏਗੀ ਲੋਕਾਂ ਦੇ। ਜੇ ਇੱਥੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਸੀ ਤੇ ਉਹਨਾਂ ਦੇ ਸਿਰਾਂ ਤੇ ਟੋਪੀਆਂ ਸੀ, ਆਪਣੇ ਪਰਿਵਾਰਾਂ ਦੇ ਸਿਰਾਂ ਤੇ ਕੀ ਪੱਗਾਂ ਹੁੰਦੀਆਂ ਸੀ, ਤੇ ਆਪਣਾ ਕੀ ਕਹਿੰਦੇ ਨੇ ਵੀ ਸਾਫੇ ਵੱਜੇ ਹੁੰਦੇ ਸੀ ਉਸ ਵਕਤ, ਕਿਉਂਕਿ ਕਹਿੰਦੇ ਜਦੋਂ ਬਜ਼ੁਰਗ ਘਰਾਂ ਤੋਂ ਨਿਕਲਦੇ ਸੀ ਤੇ ਤੁਰੇ ਜਾਂਦੇ ਹੀ ਸਿਰ ਤੇ ਸਾਫਾ ਬੰਨ੍ਹ ਲੈਂਦੇ ਸੀ। ਅਸੀਂ ਹਿੰਦੂਆਂ ਦੇ ਸਿਰਾਂ ਤੇ ਪੱਗਾਂ ਕਹਿੰਦੇ ਬਸੰਤੀ ਪੱਗ ਵੱਜੀ ਹੁੰਦੀ ਸੀ, ਉਹਦੇ ਵਿੱਚ ਸਿਰ ਦੇ ਵਿਚਾਲੇ ਕੁੱਲਾ ਰੱਖਿਆ ਹੁੰਦਾ ਸੀ, ਟੋਪੀ ਜੀ ਰੱਖੀ ਹੁੰਦੀ ਸੀ, ਤੇ ਉਹ ਇਹ ਪਛਾਣ ਹੁੰਦੀ ਸੀ ਕਿ ਇਹ ਹਿੰਦੂ ਹੈ। ਤੇ ਜਿਹੜਾ ਮੁਸਲਮਾਨ ਹੁੰਦਾ ਸੀ ਉਹਦੇ ਟੋਪੀ ਪਾਈ ਹੁੰਦੀ ਸੀ ਤੇ ਵਿਚਾਲੇ ਮੁੱਛਾਂ ਕੱਟੀਆਂ ਹੁੰਦੀਆਂ ਸੀ, ਤੇ ਜਿਹੜੇ ਆਪਣੇ ਪਰਿਵਾਰ ਉਹਨਾਂ ਦੇ ਸਿਰਾਂ ਤੇ ਸਾਫੇ ਵੱਜੇ ਹੁੰਦੇ ਸੀ। ਅੱਛਾ ਬਾਬਾ ਜੀ, ਇੱਕ ਚੀਜ਼, ਤੁਸੀਂ ਗੁਰਦੁਆਰਾ ਸਾਹਿਬ ਵੀ ਰਹਿੰਦੇ ਹੋ, ਸੰਗਤਾਂ ਵੀ ਆਉਂਦੀਆਂ ਨੇ, ਇੱਕ ਚੀਜ਼ ਮੰਨਦੇ ਹੋ ਵੀ ਜਿਹੜਾ ਤੁਹਾਡਾ ਸਮਾਂ ਸੀ ਉਦੋਂ ਨੰਗੇ ਸਿਰ ਬਹੁਤ ਘੱਟ ਹੁੰਦੇ ਸੀ? ਉਦੋਂ ਜ਼ਿਆਦਾ ਕੋਈ ਪਿੰਡ ਦੇ ਵਿੱਚ ਨੰਗੇ ਸਿਰ ਨਹੀਂ ਸੀ ਫਿਰਦਾ। ਅੱਛਾ ਜੀ। ਨੰਗੇ ਸਿਰ ਜਿਹੜਾ ਫਿਰਦਾ ਸੀ ਉਹਨੂੰ ਸਿਆਣੇ ਬੰਦੇ ਟੋਕ ਦਿੰਦੇ ਸੀ, ਤੇ ਜੇ ਕੋਈ ਕਿਸੇ ਦੀ ਧੀ ਭੈਣ ਆਉਂਦੀ ਹੈ, ਜਵਾਈ ਆ ਰਿਹਾ ਹੈ, ਤਾਂ ਉਹਦਾ ਸੱਥ ਦੇ ਵਿੱਚ ਬੰਦੇ ਬੈਠੇ ਉਹਦਾ ਅੱਗੋਂ ਸਮਾਨ ਫੜ ਲੈਂਦੇ ਸੀ, ਲਓ ਜੀ ਪ੍ਰਾਹੁਣਾ ਤੇ ਕੁੜੀ ਆ ਗਏ ਨੇ। ਅੱਛਾ। ਤੇ ਹੁਣ ਉਹ ਸਾਰਾ ਸੱਭਿਆਚਾਰਕ ਜਿਹੜਾ ਸਾਰਾ ਕੁਛ ਹੀ ਗਲਤ ਹੋ ਗਿਆ। ਇਹ ਬਾਬਾ ਜੀ, ਹੋਰ ਅਜਿਹੀਆਂ ਚੀਜ਼ਾਂ ਜਿਹੜੀਆਂ ਸੱਭਿਆਚਾਰ ਦੇ ਨਾਲ ਸਾਂਝ ਰੱਖਦੀਆਂ ਨੇ, ਉਹ ਜਿਵੇਂ ਤੁਸੀਂ ਆਹ ਚੀਜ਼ ਦੱਸੀ ਆ ਵੀ ਸੱਥ ਦੇ ਵਿੱਚ ਬੈਠੇ ਬਜ਼ੁਰਗ ਜਾਂ ਬੱਚੇ ਜਿਹੜੇ ਹੁੰਦੇ ਸੀ, ਪਿੰਡ ਦੀ ਕੋਈ ਗੁੱਡੀ ਤੇ ਪ੍ਰਾਹੁਣਾ ਆ ਜਾਣਾ ਤੇ ਉਹਨਾਂ ਦਾ ਸਤਿਕਾਰ ਕਰਨਾ, ਆਦਰ ਕਰਨਾ, ਉਹਨਾਂ ਦੇ ਕੋਲੋਂ ਸਮਾਨ ਲੈਣਾ, ਉਹਨਾਂ ਨੂੰ ਘਰ ਤੱਕ 4 ਬੰਦੇ ਛੱਡ ਕੇ ਵੀ ਆਉਂਦੇ ਸੀ। ਹੋਰ ਇਸ ਤਰ੍ਹਾਂ ਦੀਆਂ ਕਿਹੜੀਆਂ ਪਰੰਪਰਾਵਾਂ ਤੁਸੀਂ ਦੇਖੀਆਂ ਨੇ ਉਸ? ਅਸੀਂ ਤਾਂ ਇਹੀ ਦੇਖਿਆ ਜੀ, ਕੋਈ ਨੰਗੇ ਸਿਰ ਨਹੀਂ ਸੀ ਫਿਰਦਾ ਪਿੰਡ ਦੇ ਵਿੱਚ, ਤੇ ਕੋਈ ਸ਼ਰਾਬ ਪੀ ਕੇ ਹਾਂਗਰਾ ਨਹੀਂ ਸੀ ਮਾਰਦਾ, ਤੇ ਕੋਈ ਉੱਚਾ ਨੀਵਾਂ ਨਹੀਂ ਸੀ ਕੋਈ ਬੋਲਦਾ, ਤੇ ਸਭ ਇੱਕ ਤਰ੍ਹਾਂ ਦੇ ਬੰਦੇ ਰਹਿੰਦੇ ਸੀ। ਅੱਛਾ, ਜਿਸ ਜਗ੍ਹਾ ਤੇ ਆਪਾਂ ਖੜੇ ਆ ਬਾਬਾ ਜੀ ਇਸ ਵਕਤ, ਇਧਰ ਨੂੰ ਹੋ ਜਾਓ ਮਾੜਾ ਜਿਹਾ, ਜਿਸ ਜਗ੍ਹਾ ਤੇ ਆਪਾਂ ਖੜੇ ਆ, ਤੁਹਾਨੂੰ ਜੇ ਤੁਸੀਂ ਯਾਦ ਕਰਕੇ ਦੇਖੋ, ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਆਹ ਜਿਹੜੀ ਥਾਂ ਆ, ਇੱਥੇ ਤੁਹਾਨੂੰ ਯਾਦ ਆ ਕਿਹੜੀ ਦੁਕਾਨ ਹੁੰਦੀ ਸੀ ਜਾਂ ਕੀ ਹੁੰਦਾ ਸੀ ਇੱਥੇ? ਇੱਥੇ ਇਹ ਦੁਕਾਨਾਂ ਜਿਹੜੀਆਂ ਨੇ ਜੀ, ਇੱਥੇ 2 ਦੁਕਾਨਾਂ ਹੁੰਦੀਆਂ ਸੀ। ਇੱਥੇ ਉਹ ਜਿਹਨੂੰ ਕਹਿੰਦੇ ਨੇ ਹੁੱਕੇ 'ਚ ਪਾ ਕੇ ਪੀਂਦੇ ਨੇ ਉਹ, ਅੱਛਾ ਜੀ, ਤੰਬਾਕੂ। ਇੱਥੇ ਤੰਬਾਕੂ ਦੀਆਂ ਦੁਕਾਨਾਂ ਹੁੰਦੀਆਂ ਸੀ। ਇੱਥੇ ਬਜਾਜੀ ਦੀ ਦੁਕਾਨ ਹੁੰਦੀ ਸੀ। ਇੱਥੇ ਇਹ ਨਾਲ ਠੇਕਾ ਹੁੰਦਾ ਸੀ ਸ਼ਰਾਬ ਦਾ।
ਇੱਥੇ ਹਰ ਇੱਕ ਤਰ੍ਹਾਂ ਦਾ ਸਮਾਨ ਵਿਕਦਾ ਸੀ ਜੀ। ਤੇ ਆ ਜਿਹੜੀ ਦੁਕਾਨ ਹੈ ਇਹ ਕਾਦੀ ਦੁਕਾਨ ਇੱਥੇ ਸਿਲਾਈ ਵਾਲੇ ਹੁੰਦੇ ਸੀ ਜੀ, ਟੇਲਰ ਹੁੰਦੇ ਸੀ ਜੀ। ਅੱਛਾ ਇਹ ਦਰਜੀ ਦੀ ਦੁਕਾਨ ਆ। ਦਰਜੀ ਦੀ ਦੁਕਾਨ ਹੈ ਜੀ। ਤੇ ਹੁਣ ਇਹਦਾ ਕੋਈ ਵਾਲੀ ਵਾਰਸ ਹੈਗਾ? ਇੱਥੇ ਦੋ ਨਹੀਂ ਹੈਗੇ ਨੇ ਜੀ ਵਾਲੀ ਵਰਸ। ਇਹ ਦੋ ਦੁਕਾਨਾਂ ਦਰਜੀਆਂ ਦੀਆਂ ਹੁੰਦੀਆਂ ਸੀ ਜੀ। ਅੱਛਾ ਇਹ ਤੇ ਉਹ ਪਰ ਹਾਂਜੀ ਇਹ ਦੋਵੇਂ ਦਰਜੀ ਦੀਆਂ ਦੁਕਾਨਾਂ ਸੀ। ਇਹ ਆ ਦੋ ਦੁਕਾਨਾਂ ਡਾਕਟਰਾਂ ਦੀਆਂ ਹੁੰਦੀਆਂ ਸੀ। ਆ ਜਿਹੜੀਆਂ ਇਹ ਦੁਕਾਨਾਂ ਦੋ ਡਾਕਟਰਾਂ ਦੀਆਂ ਹੁੰਦੀਆਂ ਸੀ। ਅੱਗੇ ਦੋ ਮੋਚੀ ਬੈਠਦੇ ਹੁੰਦੇ ਸੀ। ਇੱਕ ਦਾ ਨਾਂ ਰੂੜਾ ਸੀ, ਇੱਕ ਦਾ ਨਾਂ ਕੂੜਾ ਸੀ। ਅੱਛਾ ਰੂੜਾ ਤੇ ਕੂੜਾ। ਅੱਛਾ ਜੀ। ਇਹ ਇੱਥੇ ਦੋ ਮੋਚੀ ਬੈਠਦੇ ਸੀ ਜਿਹੜੇ ਕਿ ਨਵੀਆਂ ਜੁੱਤੀਆਂ ਤਿਆਰ ਕਰਦੇ ਸੀ। ਆ ਦਰਸ਼ਕਾਂ ਨੂੰ ਜ਼ਰੂਰ ਇਧਰੋਂ ਦੀ ਦਿਖਾਵਾਂਗੇ। ਇਹ ਜਿਹੜੀ ਦੁਕਾਨ ਹੈ ਅੱਜ ਭਾਵੇਂ ਇੱਥੇ ਮੈਨੂੰ ਲੱਗਦਾ ਤੂੜੀ ਪਈ ਹੈ ਬਾਬਾ ਜੀ, ਅੱਜ ਇੱਥੇ ਤੂੜੀ ਪਈ ਹੈ, ਪਰ ਕਿਸੇ ਵੇਲੇ ਕਿਸੇ ਦਰਜੀ ਦੀ ਦੁਕਾਨ ਹੁੰਦੀ ਸੀ। ਵੇਖੋ ਤੁਸੀਂ ਇਹ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਮਨ ਦੇ ਵਿੱਚ ਇੱਕ ਪੁਰਾਣਾ ਵੇਲਾ ਜ਼ਰੂਰ ਆਉਂਦਾ। ਜਿਹੜੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਨੇ ਦਿਲੋਂ ਉਹਨਾਂ ਨੂੰ ਆਉਂਦਾ, ਜਾਂ ਉਹ ਪੁਰਾਤਨਤਾ ਯਾਦ ਆਉਂਦੀ ਹੈ ਵੀ ਉਹ ਕੱਚੇ ਘਰ ਤੇ ਕੱਚੇ ਮਕਾਨ ਤੇ ਸੱਚੇ ਦਿਲ ਚੰਗੇ ਹੁੰਦੇ ਸੀ। ਤੇ ਆ ਜਿਹੜੀਆਂ ਚੀਜ਼ਾਂ, ਅੱਛਾ ਬਾਬਾ ਜੀ ਆ ਜਿਹੜੀ ਚੀਜ਼ ਆ ਇਹਨੂੰ ਆਲਾ ਕਹਿੰਦੇ ਨੇ? ਆਲਾ ਕਹਿੰਦੇ? ਆਲਾ ਕਹਿੰਦੇ ਨੇ ਜੀ। ਇਹਦੇ ਵਿੱਚ ਉਸ ਵਕਤ ਦੀਵੇ ਬਾਲਦੇ ਸੀ, ਦੀਵੇ ਰੱਖਦੇ ਸੀ। ਹਾਂਜੀ। ਤੇ ਜੇ ਇਸ ਵਕਤ ਜੇ ਆਪਾਂ ਸੋਚ ਕੇ ਵੇਖੀਏ ਵੀ ਇਹਨਾਂ ਦੇ ਵਿੱਚ ਦੀਵੇ ਜਗਦੇ ਹੋਣ ਰਾਤ ਨੂੰ, ਤੇ ਜੇ ਇੱਧਰ ਵੀ ਹੋਣ ਤੇ ਇੱਧਰ ਵੀ ਸਾਰੇ ਆਲੇ ਹੋਣ ਤੇ ਕਿੰਨੀ ਰੌਸ਼ਨੀ ਹੁੰਦੀ ਹੋਊਗੀ। ਲਾਈਟ ਤਾਂ ਹੁੰਦੀ ਸੀ ਜੀ। ਹਾਂਜੀ। ਤੇ ਇੱਕ ਬਾਬਾ ਜੀ ਇੱਕ ਇਹ ਵੀ ਕਰਦੇ ਸੀ ਜਿਨ੍ਹਾਂ ਦੀਆਂ ਹਵੇਲੀਆਂ ਹੁੰਦੀਆਂ ਸੀ, ਹਵੇਲੀਆਂ ਦੇ ਬਾਹਰ ਮਸ਼ਾਲਾਂ ਕੱਢ ਕੇ ਲਾਉਂਦੇ ਹੁੰਦੇ ਸੀ। ਹਾਂਜੀ ਉਹ ਨਾਲ ਅੱਗੇ ਕਰਕੇ ਮਸਾਲ ਲਾਈ ਹੁੰਦੀ ਸੀ ਉਹਨਾਂ ਨੇ, ਥੱਲੇ ਉਹ ਕਰਕੇ ਨਾ ਬੱਤੀ ਬਣਾ ਕੇ ਤੇ ਜੇ ਲਾਇਆ ਹੁੰਦਾ ਸੀ ਰੱਖ ਕੇ ਤੇ ਉਹਦਾ ਬਣਾ ਕੇ ਉਹਦੇ ਉੱਤੇ ਮਸਾਲ ਰੱਖ ਦਿੰਦੇ ਸੀ। ਹੁਣ ਆ ਦੇਖੋ ਆ ਆਲੇ ਨੂੰ ਦੇਖ ਕੇ ਏਡੀ ਖੁਸ਼ੀ ਹੋਣ ਡਈ ਆ ਵੀ ਇਹ ਆਲਾ ਹਨਾ। ਤੇ ਇਹ ਦੇਖੋ ਵੀ ਉਸ ਵਕਤ ਕਿੰਨਾ ਮਤਲਬ ਮਾਹੌਲ ਹੀ ਬੜਾ ਹੋਰ ਹੋਊਗਾ। ਔਰ ਜਦੋਂ ਦਰਜੀ ਦੀ ਦੁਕਾਨ ਤੇ ਆਉਂਦੇ ਮੈਨੂੰ ਲੱਗਦਾ ਉਦੋਂ ਵੀ ਬੱਤੀ ਤੇ ਇੰਨੀ ਹੁੰਦੀ ਨਹੀਂ ਸੀ ਤੇ ਇਹਨਾਂ ਨਾਲ ਹੀ ਦੀਵਿਆਂ ਨਾਲ ਤੇਲ ਪਾ ਕੇ ਤੇ ਕੰਮ ਚੱਲਦਾ ਸੀ। ਹਾਂਜੀ ਹਾਂਜੀ। ਇਹ ਸਾਰੇ ਇਹ ਦੋ ਦਰਜੀਆਂ ਦੀਆਂ ਦੁਕਾਨਾਂ ਹੁੰਦੀਆਂ ਸੀ, ਇਹ ਨਾਈਆਂ ਦੀਆਂ ਦੁਕਾਨਾਂ ਹੁੰਦੀਆਂ ਸੀ। ਅੱਛਾ ਇੱਥੋਂ ਤੱਕ ਪੂਰਾ ਬਾਜ਼ਾਰ ਸੀ। ਤੇ ਇਹ ਪਸਾਰੀ ਦੀ ਦੁਕਾਨ ਹੁੰਦੀ ਸੀ ਇੱਥੇ। ਅੱਛਾ ਇੱਥੇ ਪੰਸਾਰੀ ਦੀ ਦੁਕਾਨ? ਪੰਸਾਰੀ ਦੀ ਦੁਕਾਨ ਹੁੰਦੀ ਸੀ। ਅੱਛਾ ਬਾਬਾ ਜੀ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੂੰਗਾ ਮੈਂ, ਜੇ ਅੱਜ ਵੀ ਤੁਹਾਨੂੰ ਵੈਸੇ ਇਹ ਉੱਦਾਂ ਕਹਿ ਲਓ ਉਹ ਆਪਾਂ ਗੱਲ ਕਰਦੇ, ਪਰ ਜੇ ਉੱਦਾਂ ਗੱਲ ਕਰੀਏ ਆਮ ਤੌਰ ਤੇ ਕਹਿੰਦੇ ਵੀ ਬਜ਼ੁਰਗਾਂ ਨੂੰ ਇੰਨੀਆਂ ਚੀਜ਼ਾਂ ਰੱਟ ਗਈਆਂ ਵੀ ਅੱਜ ਵੀ ਅੱਖਾਂ ਬੰਨ੍ਹ ਕੇ ਛੱਡ ਦਿਓ ਤੇ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਨੇ ਜੀ। ਅੱਜ ਵੀ ਪਹੁੰਚ ਜਾਂਦੇ ਨੇ। ਤੁਸੀਂ ਵੀ ਪਹੁੰਚ ਜਾਓਗੇ ਜੇ ਤੁਹਾਨੂੰ ਛੱਡ ਦਈਏ? ਹਾਂਜੀ ਹਾਂਜੀ। ਹੁਣ ਸਾਨੂੰ ਸਾਰਾ ਪਤਾ ਹੈ ਕਿ ਇੱਥੇ ਆਹ ਦੁਕਾਨ ਸੀ, ਇੱਥੇ ਆਹ ਦੁਕਾਨ ਸੀ, ਇੱਥੇ ਆਹ ਸਾਹਮਣੇ ਇੱਥੇ ਆਹ ਡਾਕਟਰ ਹੁੰਦੇ ਸੀ, ਡਾਕਟਰ ਦੀ ਦੁਕਾਨ ਦੀ ਦੁਕਾਨ ਹੈ। ਡਾਕਟਰ ਦੀ ਦੁਕਾਨ ਹੁੰਦੀ ਸੀ। ਇਹਦੇ ਨਾਲ ਹਲਵਾਈ ਦੀ ਦੁਕਾਨ ਸੀ। ਅੱਛਾ ਬਾਬਾ ਜੀ ਉਦੋਂ ਜਦੋਂ ਹਲਵਾਈ ਹੁੰਦੇ ਸੀ ਤੇ ਜੇਕਰ ਗੱਲ ਕਰੀਏ ਹਲਵਾਈਆਂ ਦੀ ਤੇ ਉਸ ਵਕਤ ਕਿਹੋ ਜਿਹੀਆਂ ਮਠਾਈਆਂ ਤੇ ਕੀ ਕੁਛ ਬਣਦਾ ਸੀ ਪਿੰਡ 'ਚ, ਕੀ ਕੁਛ ਵਿਕਦਾ ਹੁੰਦਾ ਸੀ ਉਸ ਵੇਲੇ? ਲੱਡੂ ਹੀ ਵਿਕਦੇ ਹੁੰਦੇ, ਬਾਲੂਸ਼ਾਹੀ ਲੱਡੂ, ਸੇਲਾਂ ਮਿੱਠੀਆਂ ਤੇ ਲੂਣੀਆਂ। ਹਾਂਜੀ ਬਸ ਇਹ ਚੀਜ਼ਾਂ ਬਣਦੀਆਂ ਹੁੰਦੀਆਂ ਸੀ। ਕਿੰਨੇ ਕੁ 'ਚ ਮਿਲ ਜਾਂਦਾ ਹੁੰਦਾ ਸੀ ਬਾਬਾ ਜੀ ਇਹ ਸਮਾਨ? ਪੈਸਾ 2 ਪੈਸੇ ਆਨਾ, ਬਸ ਇਹੀ ਚੀਜ਼ਾਂ ਹੁੰਦੀਆਂ ਸੀ। ਹਾਂਜੀ। ਤੇ ਜਦੋਂ ਦਰਜੀ ਦੇ ਕੋਲੋਂ ਜਦੋਂ ਸਵਾਈ ਦਿੱਤੀ ਜਾਂਦੀ ਸੀ ਤੇ ਦਰਜੀ ਨੂੰ ਪੈਸਾ ਹੀ ਦਿੱਤਾ ਜਾਂਦਾ ਸੀ ਜਾਂ ਘਰ ਚੋਂ ਕਣਕ ਜਾਂ ਸਬਜ਼ੀ ਦਿੱਤੀ ਜਾਂਦੀ ਸੀ? ਕਈਆਂ ਦੇ ਨਾਲ ਤਾਂ ਹੁੰਦਾ ਸੀ ਜੀ ਕਿ ਦਾਣੇ ਕਰ ਲੈਣੇ 6 ਮਹੀਨੇ ਦੇ, ਤੇ ਕਈ ਜਿਹੜੇ ਸੀ ਉਹ ਨਗਦ ਪੈਸੇ ਦੇ, ਉਦੋਂ ਸਵਾਈ ਵੀ ਹੁੰਦੀ ਸੀ, ਆਨਾ 2 ਆਨੇ ਇਸ ਤਰ੍ਹਾਂ ਸਵਾਈ ਹੁੰਦੀ ਸੀ। ਉਹ ਮਤਲਬ ਉਹ ਮਾਹੌਲ ਜਿਹਾ ਹੋਰ ਹੀ ਤਰੀਕੇ ਦੇ ਨਾਲ ਆ। ਅੱਜ ਇਹ ਸੁਨਿਆਰਿਆਂ ਦੀਆਂ ਦੁਕਾਨਾਂ ਸੀ। ਅੱਛਾ ਇਹ ਸੁਨਿਆਰੇ ਹੁੰਦੇ ਸੀ ਇੱਥੇ। ਅੱਛਾ ਇੱਥੇ ਸੁਨਿਆਰੇ ਹੁੰਦੇ ਸੀ। ਹਾਂਜੀ। ਤੇ ਬਾਬਾ ਜੀ ਇਹ ਮਤਲਬ ਤੁਹਾਨੂੰ ਆਪਣਾ ਬਚਪਨ ਤਾਂ ਜ਼ਰੂਰ ਯਾਦ ਆਉਂਦਾ ਹੋਊਗਾ ਜੀ? ਯਾਦ ਹੈ ਜੀ। ਹੁਣ ਮੇਰੀ 65 ਸਾਲ ਦੀ ਉਮਰ ਹੈ, ਮੈਨੂੰ ਸਾਰਾ ਪਤਾ ਹੈ। ਇੱਥੇ ਮੈਂ ਇੱਥੋਂ ਦੇ ਜੰਮਪਲ ਹਾਂ, ਮੈਨੂੰ ਸਾਰਾ ਪਤਾ ਹੈ। ਇਹਨਾਂ ਗਲੀਆਂ 'ਚ ਇਹਨਾਂ ਬਾਜ਼ਾਰਾਂ 'ਚ ਅਸੀਂ ਖੇਡੇ ਹਾਂ। ਇਹ ਹਲਵਾਈ ਦੀ ਦੁਕਾਨ ਹੁੰਦੀ ਸੀ। ਅੱਛਾ ਇਹ ਹਲਵਾਈ ਦੀ ਦੁਕਾਨ ਸੀ? ਇਹ ਹਲਵਾਈ ਦੀ ਦੁਕਾਨ ਹੁੰਦੀ ਸੀ। ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਮਿਲੀ ਆ ਹਨਾ, ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਨਿਭਾਉਂਦੇ ਹੋ, ਪਰ ਕਹਿੰਦੇ ਨਾ ਵੀ ਬੰਦੇ ਦੇ ਦਿਲ 'ਚ ਤਾਂ ਉਹ ਇਨਸਾਨੀਅਤ ਵਾਲੀਆਂ ਚੀਜ਼ਾਂ ਨੇ। ਕਈ ਵਾਰੀ ਹਰ ਤਰ੍ਹਾਂ ਦਾ ਬੰਦਾ 100 ਤਰ੍ਹਾਂ ਦੀਆਂ ਗੱਲਾਂ ਕਰਦਾ ਵੀ ਬਾਬਾ ਜੀ ਇਸ ਪਾਸੇ ਨੂੰ ਆਏ ਨੇ, ਪਰ ਤੁਸੀਂ ਉਹ ਸਾਰੀਆਂ ਚੀਜ਼ਾਂ ਯਾਦ ਰੱਖੀਆਂ, ਤੁਹਾਡੇ ਮਨ ਦੇ ਵਿੱਚ ਕੱਲੀ ਕੱਲੀ ਉਹ ਚੀਜ਼ ਬਣੀ ਹੋਈ ਆ। ਤੇ ਕਿਵੇਂ ਲੱਗਦਾ ਵੀ ਇਸ ਪਿੰਡ ਦੇ ਵਿੱਚ ਰਹਿ ਕੇ ਜੋ ਜੀਵਨ ਬਤੀਤ ਕੀਤਾ, ਅੱਜ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਤੇ ਮਨ ਨੂੰ ਸੰਤੁਸ਼ਟੀ ਪੂਰੀ ਆ? ਹਾਂਜੀ ਉਹ ਸਮਾਂ ਜਿਹੜਾ ਸੀ ਪਿਛਲਾ, ਉਹ ਸਮਾਂ ਬਹੁਤ ਵਧੀਆ ਸੀ। ਤੇ ਜਿਹੜਾ ਹੁਣ ਦਾ ਸਮਾਂ, ਹੁਣ ਤਾਂ ਅੱਗੇ ਇੱਕ ਨੂੰ ਆਵਾਜ਼ ਮਾਰਿਓ 4 ਭੱਜ ਆਉਂਦੇ ਸੀ, ਹੁਣ ਜੇ ਇੱਕ ਨੂੰ ਆਵਾਜ਼ ਮਾਰੋ ਤਾਂ ਉਹ ਕਹਿੰਦਾ ਆਉਣਾ ਮੈਨੂੰ ਕੰਮ ਹੈ। ਹਾਂਜੀ। ਤੇ ਬਾਅਦ ਚ ਪੁੱਛੋ ਕੰਮ ਕੀ ਹੈ ਤੇ ਉਹ ਕਹਿੰਦਾ ਨਹੀਂ ਬਸ ਉਦਾਂ ਹੀ ਸੀ। ਹਾਂਜੀ। ਅੱਛਾ ਬਾਬਾ ਜੀ ਆ ਕੀ? ਇਹ ਦੁਕਾਨ ਸੀ ਜੀ, ਇੱਥੇ ਨਾਈ ਹੁੰਦੇ ਸੀ ਜੀ। ਅੱਛਾ ਨਾਈ ਹੁੰਦੇ? ਨਾਈ ਹੁੰਦੇ। ਦੁਕਾਨਾਂ ਇਕੱਠੀਆਂ ਸੀ? ਹਾਂਜੀ 2 ਦੁਕਾਨਾਂ ਇਕੱਠੀਆਂ ਸੀ, ਇਹ ਨਾਈ ਹੁੰਦੇ ਸੀ ਜੀ। ਮਤਲਬ ਪਿੰਡ ਦੇ ਵਿੱਚ ਹੀ ਸਾਰੇ ਪਰਿਵਾਰ ਵੱਸਦੇ ਸੀ ਕੰਮਕਾਰ ਕਰਨ ਵਾਲੇ? ਇਹ ਦੁਕਾਨ ਦੇ ਵਿੱਚ ਆ ਜਿਹੜੀ ਦੁਕਾਨ ਹੈ ਇਹ ਦੁਕਾਨ ਦੇ ਵਿੱਚ
ਇੱਥੇ ਇੱਕ ਤਾਂ ਕਰਿਆਨੇ ਦੀ ਦੁਕਾਨ ਹੁੰਦੀ ਸੀ ਤੇ ਇੱਕ ਨਾਲ ਇਹ ਸਬਜ਼ੀ ਰੱਖਦੇ ਹੁੰਦੇ ਸੀ। ਸਬਜ਼ੀ ਰੱਖਦੇ। ਇਹ 1987 ਚ ਬਣੀ। ਇਹ 1987 ਚ ਢਾਹ ਕੇ ਦੁਬਾਰਾ ਬਣਾਈ ਸੀ। ਦੁਬਾਰਾ ਬਣਾਈ। ਹਾਂਜੀ। ਪਹਿਲੋਂ ਕੱਚੀ ਦੁਕਾਨ ਹੁੰਦੀ ਸੀ। ਇਹ ਸਾਰਾ ਬਾਜ਼ਾਰ ਹੁੰਦਾ ਸੀ ਜੀ। ਅੱਛਾ ਜੀ, ਇਹ ਸਾਰਾ ਬਾਜ਼ਾਰ ਸਾਰਾ ਬਾਜ਼ਾਰ ਹੁੰਦਾ ਸੀ ਜੀ। ਠੀਕ ਹੈ ਜੀ। ਹਾਂਜੀ। ਇੱਥੇ ਵੀ ਗਾਂ ਦੁਕਾਨਾਂ ਹੀ ਹੁੰਦੀਆਂ। ਹਾਂਜੀ, ਅੱਗੇ ਦੁਕਾਨਾਂ ਹੁੰਦੀਆਂ ਸੀ ਸਾਰੀਆਂ। ਇੱਧਰ ਸਬਜ਼ੀ ਦੀਆਂ ਦੁਕਾਨਾਂ ਫੜੀ ਲਾ ਕੇ ਬੈਠਦੇ ਹੁੰਦੇ, ਜਿਵੇਂ ਆਪਣੇ ਹੁਣ ਸ਼ਹਿਰਾਂ 'ਚ ਫੜੀਆਂ ਲੱਗਦੀਆਂ ਨੇ, ਇਸ ਤਰ੍ਹਾਂ ਇੱਥੇ ਫੜੀਆਂ ਲੱਗਦੀਆਂ ਹੁੰਦੀਆਂ ਸੀ। ਅੱਛਾ, ਇੱਧਰ ਫੜੀਆਂ ਲੱਗਦੀਆਂ ਇੱਧਰ ਫੜੀਆਂ ਲੱਗਦੀਆਂ ਸੀ ਬਾਜ਼ਾਰ 'ਚ। ਅਸੀਂ ਵੀ ਛੋਟੇ ਹੁੰਦੇ ਬਜ਼ੁਰਗਾਂ ਤੋਂ ਹੀ ਸੁਣਿਆ ਕਿ ਇੱਥੇ ਮੁਸਲਮਾਨ ਲੋਕ ਨਾ ਫੜੀਆਂ ਲਾਉਂਦੇ ਸੀ ਸਬਜ਼ੀ ਦੀਆਂ। ਅੱਛਾ, ਇਹ ਗਲੀ 'ਚ ਲੱਗਦਾ ਵੀ ਮੁਸਲਮਾਨ ਘਰ ਹੁੰਦੇ ਸੀ। ਹਾਂਜੀ ਹਾਂਜੀ ਐਵੇਂ ਹੀ ਆ। ਹਾਂਜੀ, ਮੁਸਲਮਾਨਾਂ ਦੇ ਘਰ ਹੁੰਦੇ ਸੀ ਜੀ। ਅੱਜ ਬਾਬਾ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਹੋ ਤੇ ਉਹ ਜਗ੍ਹਾ ਤੇ ਸੇਵਾ ਨਿਭਾ ਰਹੇ ਹੋ ਜਿੱਥੇ ਮਹਾਰਾਜ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਜ਼ਿੰਦਗੀ ਦੇ ਵਿੱਚੋਂ 17 ਦਿਨ ਜਿਹੜੇ ਇੱਥੇ ਬਤੀਤ ਕੀਤੇ। ਕਿੰਨੇ ਇੱਕ ਕਰਮਾਂ ਵਾਲੇ ਮੰਨਦੇ ਹੋ, ਕਿੰਨੇ ਇੱਕ ਭਾਗਾਂ ਵਾਲੇ ਮੰਨਦੇ ਹੋ? ਔਰ ਸੰਗਤਾਂ ਜਦੋਂ ਆਉਂਦੀਆਂ ਨੇ, ਕਿਉਂਕਿ ਬਹੁਤ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਦੋਂ 550 ਸਾਲਾ ਮਨਾਇਆ ਗਿਆ ਜੀ ਤੇ ਕੁਛ ਤਾਂ ਸੰਗਤਾਂ ਨੂੰ ਉਦੋਂ ਪਤਾ ਲੱਗਾ ਤੇ ਪਟਿਆਲੇ ਤੋਂ ਇਹੋ ਜਿਹੀਆਂ ਸੰਗਤਾਂ ਆਈਆਂ ਜਦੋਂ ਨੈੱਟ ਤੇ ਪਾਇਆ। ਪਟਿਆਲੇ ਦੀਆਂ ਸੰਗਤਾਂ ਨੂੰ ਉਦੋਂ ਆਈਆਂ ਰਾਤ ਨੂੰ ਕਿ ਅਸੀਂ ਤਾਂ ਹੁਣੇ ਹੀ ਦਰਸ਼ਨ ਕਰਕੇ ਆਉਣੇ ਨੇ ਚੁਬਾਰਾ ਸਾਹਿਬ ਦੇ, ਕੀ ਪਤਾ ਕੱਲ ਨੂੰ ਸਾਹ ਆਵੇ ਜਾਂ ਨਾ ਆਵੇ। ਜਦੋਂ ਆਪਣਾ 550 ਸਾਲਾ ਮਨਾਇਆ ਇੱਥੇ ਸ਼੍ਰੋਮਣੀ ਕਮੇਟੀ ਨੇ ਮਨਾਇਆ, ਸਰਦਾਰ ਸਤਿੰਦਰ ਸਿੰਘ ਜੀ ਟੌੜਾ ਨੇ, ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਸੀ। ਜ਼ਿਆਦਾ ਉਦੋਂ ਲੋਕਾਂ ਨੂੰ ਪਤਾ ਲੱਗਾ ਕਿ ਇੱਥੇ ਗੁਰਦੁਆਰਾ ਚੁਬਾਰਾ ਸਾਹਿਬ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਦੇ, ਤੇ ਉਦੋਂ ਫਿਰ ਉਦੋਂ ਬਾਅਦ ਫਿਰ ਸੰਗਤਾਂ ਕੁਛ ਕੁ ਆਉਣ ਲੱਗੀਆਂ ਨੇ। ਅੱਛਾ, ਉਦੋਂ ਬਾਅਦ ਸੰਗਤਾਂ। ਹਾਂਜੀ। ਤਾਂ ਬਿਲਕੁਲ ਜੀ, ਤੁਸੀਂ ਦੇਖਿਆ ਕਿਵੇਂ ਗੁਰਦੁਆਰਾ ਦੇ ਕਾਰ ਸੇਵਾ ਦੇ ਭਾਈ ਸਾਹਿਬ ਹੋਣਾ ਨੇ ਸਾਨੂੰ ਪਿੰਡ ਦੇ ਬਾਰੇ, ਗੁਰਦੁਆਰਾ ਸਾਹਿਬ ਦੇ ਬਾਰੇ, ਹੋਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਬਾਰੇ, ਪਿੰਡ ਦੀ ਚਹਿਲ ਪਹਿਲ ਕਿਹੋ ਜਿਹੀ ਹੁੰਦੀ ਸੀ ਉਹਦੇ ਬਾਰੇ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵਕਤ ਦੱਸੀਆਂ। ਜਾਂਦੇ ਜਾਂਦੇ ਤੁਹਾਨੂੰ ਇਸ ਜਗ੍ਹਾ ਵੀ ਦਿਖਾ ਦਿੰਦੇ, ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਮਸਜਿਦ ਹੈ। ਇਹ ਕਿਸ ਚੀਜ਼ ਦਾ ਪ੍ਰਤੀਕ ਹੈ ਬਾਪੂ ਜੀ? ਇੱਥੇ ਸਾਡੇ ਆਉਣ ਤੋਂ ਪਹਿਲਾਂ ਜੀ, ਸਾਡੇ ਬਚਪਨ 'ਚ ਅਸੀਂ ਤਾਂ ਇੱਥੇ ਕਈ ਘਰ ਵੱਸਦੇ ਵੇਖੇ ਨੇ ਇਹ ਮਸਜਿਦ ਦੇ ਵਿੱਚ। ਉਸ ਤੋਂ ਬਾਅਦ ਫਿਰ ਇਹ ਜਦੋਂ ਦਰਬਾਰ ਸ਼ੁਰੂ ਕੀਤਾ ਗੁਰਦੁਆਰਾ ਚੁਬਾਰਾ ਸਾਹਿਬ ਨੀਂਹ ਧਰੀ, ਤਾਂ ਜਿਹੜੇ ਸੰਤ ਹਰਨਾਮ ਸਿੰਘ ਜੀ ਸੀ ਇੱਥੇ ਲਿਆ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਸੀ। ਇਹ ਮਸਜਿਦ ਇਸ ਜਗ੍ਹਾ 'ਚ ਕੀਤੇ ਸੀ। ਹਾਂਜੀ, ਮਸਜਿਦ 'ਚ। ਅੱਛਾ ਜੀ। ਤੇ ਫਿਰ ਹੁਣ ਆਪਣਾ ਮੁਸਲਮਾਨ ਭਾਈਚਾਰੇ ਨੇ ਇਹਨੂੰ ਆਬਾਦ ਕਰ ਲਿਆ। ਬੜੇ ਕਰਮਾਂ ਨੇ ਜਿਨ੍ਹਾਂ ਨੇ ਆਬਾਦ ਕਰ ਲਈ ਹੈ। ਬਹੁਤ ਸੋਹਣਾ ਕੰਮ ਹੈ। 2 ਟਾਈਮ 5 ਟਾਈਮ ਨਮਾਜ਼ ਪੜ੍ਹਦੇ ਨੇ, ਵਧੀਆ ਆਪਣੀ ਸ਼ਹਿਰਾਂ 'ਚ ਪੂਰੇ ਨੇ। ਤਾਂ ਬਿਲਕੁਲ ਜੀ, ਤੁਸੀਂ ਦੇਖਿਆ ਜੀ ਕਿਸ ਤਰੀਕੇ ਨਾਲ ਸਾਨੂੰ ਬਾਬਾ ਜੀ ਨੇ ਇਸ ਅਸਥਾਨ ਦੇ ਵੀ ਦਰਸ਼ਨ ਕਰਵਾਏ ਔਰ ਨਾਲ ਦੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਇਆ, ਔਰ ਜੇਕਰ ਕਹੀਏ ਪਿੰਡ ਦੇ ਬਾਰੇ ਵੀ ਜਾਣੂ ਕਰਵਾਇਆ, ਆਪ ਦੇ ਬਚਪਨ ਬਾਰੇ ਵੀ ਦੱਸਿਆ। ਸੋ ਸਾਰੀਆਂ ਚੀਜ਼ਾਂ ਦਾ ਸੁਮੇਲ ਬਾਬਾ ਜੀ ਨੇ ਨਾਲ ਰਹਿ ਕੇ ਹਰ ਚੀਜ਼ ਸਾਨੂੰ ਦੱਸੀ, ਇੱਥੇ ਕੀ ਕੁਛ ਹੁੰਦਾ ਸੀ। ਸੋ ਪਿੰਡ ਦਾ ਇਹ ਸਾਰਾ ਸਫ਼ਰਨਾਮਾ ਅੱਜ ਦੀ ਪ੍ਰਾਈਮ ਵਿਰਾਸਤ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਿਓ। ਚੱਲਦੇ ਪ੍ਰੋਗਰਾਮ ਦੌਰਾਨ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ, ਉਹਨਾਂ ਲਈ ਅਸੀਂ ਖਿਮਾ ਦੇ ਜਾਚਕ ਹਾਂ ਔਰ ਹਮੇਸ਼ਾ ਹੀ ਰਵਾਂਗੇ, ਕਿਉਂਕਿ ਹੌਲੀ ਹੌਲੀ ਹਰ ਚੀਜ਼ ਜਿਹੜੀ ਹੈ ਸਮੇਂ ਦੇ ਨਾਲ ਮਿਲਦੀ ਹੈ, ਸਮੇਂ ਦੇ ਨਾਲ ਹੀ ਆਉਂਦੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੈਮਰਾਮੈਨ ਜੋਬਨ ਦੇ ਨਾਲ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।